ਮਨਜਿੰਦਰ ਸਿੰਘ ਸਿਰਸਾ ਜੁਆਇਨ ਕਰਵਾ ਲਏ ਤੁਸੀਂ। ਸਭ ਤੋਂ ਪਹਿਲਾਂ ਤਾਂ ਕਮੈਂਟ ਉੱਤੇ ਕੀ ਕਹਿਣਾ ਚਾਹੁੰਦੇ? ਮਨਜਿੰਦਰ ਸਿੰਘ ਸਿਰਸਾ ਹੀ ਨਹੀਂ, ਹਰ ਸਿੱਖ ਨੂੰ ਮੋਦੀ ਜੀ ਦਾ ਸਮਰਥਕ ਹੋਣਾ ਚਾਹੀਦਾ। ਉਹਦਾ ਤੁਸੀਂ ਡਰਾ ਰਹੇ ਹੋ, ਲੋਕਾਂ ਨੂੰ ਡਰਾ ਧਮਕਾ ਕੇ ਲੈ ਕੇ ਆ ਰਹੇ ਹੋ। ਜੇ ਡਰਾਉਣ ਧਮਕਾਉਣ ਦੀ ਗੱਲ ਹੁੰਦੀ ਤਾਂ 1 ਸਾਲ ਤੇ ਕੋਈ ਸੜਕਾਂ ਜਾਮ ਰਹਿੰਦੀਆਂ। ਗਰੇਵਾਲ ਸਾਹਿਬ ਕਹਿੰਦੇ ਕਿ ਵੱਡੇ ਵੱਡੇ ਚਿਹਰੇ ਆ ਰਹੇ ਨੇ। ਮਨਜਿੰਦਰ ਸਿਰਸਾ ਦਿੱਲੀ ਤੋਂ ਆਏ ਨੇ। ਪੰਜਾਬ ਦੇ ਵਿੱਚ ਕਿਹੜੇ ਲੀਡਰਸ ਹੋਰ ਤੁਸੀਂ ਕਹਿ ਰਹੇ ਹੋ ਜੁਆਇਨ ਕਰਵਾ ਰਹੇ ਹੋ? ਪ੍ਰੈਸ ਕਾਨਫਰੰਸ ਕੀਤੀ ਥੋੜੀ ਦੇਰ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਣਾ ਨੇ, ਉਹ ਕਹਿੰਦੇ ਕਿ ਏਜੰਸੀਆਂ ਦੀ ਦੁਰਵਰਤੋਂ ਕਰਕੇ ਡਰਾ ਧਮਕਾ ਲਿਆ ਔਰ ਕੇਸ ਤਾਂ ਕਹਿੰਦੇ ਹੋਰ ਬਹੁਤ ਸਾਰੇ ਲੋਕਾਂ ਤੇ ਸੀ ਕਿ ਕੇਸਾਂ ਤੋਂ ਡਰ ਗਿਆ ਸਿਰਸਾ। ਕਪਲੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦਾ ਵੀ ਬਹੁਤਾ ਏਜੰਸੀਆਂ ਦਾ ਡਰ ਤਾਂ ਉਹਨਾਂ ਨੂੰ ਵੀ ਹੋਣਾ ਚਾਹੀਦਾ। ਜੇ ਬੀਜੇਪੀ ਡਰਾਉਂਦੀ ਹੋਵੇ ਤਾਂ ਉਹਨਾਂ ਨੂੰ ਵੀ ਡਰਾਵੇ, ਸਿੱਧਾ ਬਾਕੀਆਂ ਨੂੰ ਵੀ ਡਰਾ ਲੈ। ਗੱਠਜੋੜ ਹੋ ਸਕਦਾ ਉਹਨਾਂ ਨਾਲ ਦੁਆਰਾ ਸੁਖਬੀਰ ਸਿੰਘ ਬਾਦਲ ਹੋਣਾ ਨਾਲ ਅਕਾਲੀ ਦਲ ਦੇ ਨਾਲ? ਫੜ ਕੇ ਲੋਕ ਲਿਆਉਣੇ ਪੈਣੇ ਟਿਕਟਾਂ ਦੇਣ ਵਾਸਤੇ। ਟਿਕਟਾਂ ਨਹੀਂ, ਮਤਲਬ ਕੈਂਡੀਡੇਟ ਨਹੀਂ ਮਿਲਦੇ। 117 ਕੈਂਡੀਡੇਟਾਂ ਦੀ ਹੁਣੇ ਲਿਸਟ ਦੇ ਦੇ ਤੈਨੂੰ। ਪਾਰਟੀ ਸਾਡੀ ਇੱਦਾਂ ਦੀ ਨਾ ਹੈ ਵੀ ਸੁਖਬੀਰ ਬਾਦਲ ਹੀ ਪ੍ਰਧਾਨ ਆ ਤੇ ਉਹੀ ਸਾਰਾ ਮਾਲਿਕ ਆ ਉਹਦਾ। ਇਹ ਕਿਸੇ ਦੀ ਓਨਰਸ਼ਿਪ ਨਹੀਂ ਹੈ ਇੱਥੇ। ਭਾਈਵਾਲ ਸੀਗੇ ਤੁਹਾਡੇ ਅਕਾਲੀ? ਸਾਡੇ ਤਾਂ ਭਾਈਵਾਲ ਸੀਗੇ, ਸਾਨੂੰ ਤਾਂ ਪਾਪ ਲੱਗਿਆ ਉਹਦਾ। ਅਸੀਂ ਭਾਵੇਂ ਤੁਸੀਂ ਉਦੋਂ ਵੀ ਐ ਨਹੀਂ ਹੋ। ਇਹ ਰੌਲਾ ਕੌਣ ਸੁਣਦਾ ਸੀਗਾ? जितनी अच्छी संस्था RSS है वो जी अच्छी संस्था कोई नहीं है, देशभक्त संस्था कोई नहीं। मैं तो रोक के करना है। RSS ਵਾਲੇ ਗਾਂਧੀ ਦਾ ਜਦੋਂ ਜ਼ਿਕਰ ਆਉਂਦਾ ਮਹਾਤਮਾ ਗਾਂਧੀ ਦਾ, ਉਹ ਕਹਿੰਦੇ ਸੀ ਗਾਂਧੀ ਨੂੰ ਮੰਨਦੇ ਆ, ਦੂਜੇ ਬੰਨੇ ਕਹਿੰਦੇ ਸੀ ਗੋਡਸੇ ਨੂੰ ਮੰਨਦੇ ਆ। ਲੜਾਈ ਬਣਾ ਰਹੇ ਸੀ ਸਿੱਖ ਵਰਸਸ ਸਰਕਾਰ। ਹੁਣ ਉਹ ਚੰਨੀ ਸਾਹਿਬ ਬਿਆਨ ਦੇ ਰਹੇ ਨੇ, ਮੁੱਖ ਮੰਤਰੀ ਪੰਜਾਬ, ਕਿ ਤੁਸੀਂ ਬਿਲਕੁਲ ਵਾਪਸ ਨਾ ਆਇਓ, ਕਾਨੂੰਨ ਗਰੰਟੀ ਲਓ। ਪੰਜਾਬ ਦੇ ਕਿਸਾਨ ਦਾ ਕੀ ਹੋਣ ਵਾਲਾ? ਕਿਸਾਨ ਸੁਸਾਈਡ ਕਰਿਆ ਕਰੇਗਾ ਤਾਂ ਜਿਹੜੇ ਕਿਸਾਨ ਲੀਡਰ ਨੇ ਅੱਗੇ ਭੱਜਿਆ ਕਰਨਗੇ, ਕਿਸਾਨ ਡੰਡੇ ਲੈ ਕੇ ਇਹਨਾਂ ਦੇ ਪਿੱਛੇ ਭੱਜਣਗੇ। ਤੇ ਜਿਹੜੇ ਸੀਗੇ ਉਹ ਬੀਜੇਪੀ ਅਕਾਲੀ ਦਲ ਚਲੇ ਗਏ, ਅਕਾਲੀ ਦਲ ਵਾਲੇ ਹੁਣ ਬੀਜੇਪੀ ਚ ਆ ਰਹੇ ਆ। ਭਾਵੇਂ ਤੁਹਾਡੇ ਜੋਸ਼ੀ ਸਾਹਿਬ ਸੀਗੇ ਅੰਮ੍ਰਿਤਸਰ ਵਾਲੇ, ਕਹਿੰਦੇ ਉਹ ਵੀ ਚਲੇ ਗਏ। ਮੈਂ ਉਹਨਾਂ ਬਾਰੇ ਕੋਈ ਕਮੈਂਟਸ ਨਹੀਂ ਕਰਨਾ ਚਾਹੁੰਦਾ। ਉਹ ਕਾਹਦੇ ਲੀਡਰ ਸੀ ਸਾਡੇ ਯਾਰ, ਛੱਡਿਆ ਕਰੋ। ਵਾਪਸੀ ਕਰ ਸਕਦੇ ਹੋ ਨਾ, ਅਸੀਂ ਲੈਣਾ ਵਾ। ਕਾਨੂੰਨ ਰੱਦ ਹੋਣ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਬਹੁਤ ਸੌਖਾ ਹੋ ਜਾਊਗਾ ਜਾਂ ਖੁਸ਼ੀ ਤਾਂ ਹੋਈ ਹੋਣੀ ਵੀ ਚਲੋ ਇਹ ਕੰਮ ਚੰਗਾ ਹੋ ਗਿਆ, ਇਸ ਨੂੰ ਲੈ ਕੇ ਤਾਂ ਵਿਰੋਧ ਨਹੀਂ ਹੋਊਗਾ? ਖੇਤੀਬਾੜੀ ਕਾਨੂੰਨ ਰੱਦ ਹੋ ਗਏ ਨੇ ਔਰ ਬੀਜੇਪੀ ਲਗਾਤਾਰ ਦਾਅਵਾ ਕਰਦੀ ਰਹੀ ਕਿ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵਿਕਟ ਵੀ ਡਿੱਗੀ, ਯਾਨੀ ਕਿ ਮਨਜਿੰਦਰ ਸਿੰਘ ਸਿਰਸਾ ਜੋ ਕਿ ਅਕਾਲੀ ਦਲ ਦੇ ਵੱਡੇ ਆਗੂ ਔਰ ਨਾਲ ਹੀ ਬਾਦਲ ਪਰਿਵਾਰ ਦੇ ਬਹੁਤ ਨਜ਼ਦੀਕੀ ਸੀ, ਕੱਲ ਅਚਾਨਕ ਹੀ ਅਸਤੀਫਾ ਦਿੰਦੇ ਔਰ ਉਸ ਤੋਂ ਬਾਅਦ ਫਿਰ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਆ। ਔਰ ਬੀਜੇਪੀ ਜਿਨ੍ਹਾਂ ਨੇ ਟਿਕਾ ਕੇ ਡਿਫੈਂਡ ਕੀਤਾ ਬੀਜੇਪੀ ਨੂੰ, ਜਦੋਂ ਬੀਜੇਪੀ ਸਾਰੇ ਬੰਨਿਓਂ ਘਿਰੀ ਹੋਈ ਸੀ, ਬੀਜੇਪੀ ਦੇ ਅਹੁਦੇਦਾਰ ਛੱਡ ਕੇ ਜਾ ਰਹੇ ਸੀ ਪਾਰਟੀ ਨੂੰ, ਪਰ ਇਹਨਾਂ ਨੇ ਸਟੈਂਡ ਲਿਆ ਬੀਜੇਪੀ ਲਈ। ਔਰ ਗੱਲਬਾਤ ਕਰਦੇ ਆ ਗਰੇਵਾਲ ਸਾਹਿਬ ਔਰ ਜੈਨ ਸਾਹਿਬ ਦੋਨਾਂ ਦਾ ਸਵਾਗਤ ਹੈ। ਗਰੇਵਾਲ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ, ਕੀ ਹਾਲਾਤ ਬਣਨਗੇ? ਔਰ ਮਨਜਿੰਦਰ ਸਿੰਘ ਸਿਰਸਾ ਜੁਆਇਨ ਕਰਵਾ ਲਏ ਤੁਸੀਂ। ਸਭ ਤੋਂ ਪਹਿਲਾਂ ਤਾਂ ਕਮੈਂਟ ਉੱਤੇ ਕੀ ਕਹਿਣਾ ਚਾਹੁੰਦੇ ਹੋ? ਅੱਛੀ ਗੱਲ ਹੈ ਜਿਹੜਾ ਸਾਡੀ ਵਿਚਾਰਧਾਰਾ ਨੂੰ ਪਸੰਦ ਕਰਕੇ ਔਰ ਸਾਡੀ ਲੀਡਰਸ਼ਿਪ ਨੂੰ ਪਸੰਦ ਕਰਕੇ ਸਾਡੇ ਅਨੁਸ਼ਾਸਨ 'ਚ ਰਹਿਣ ਵਾਸਤੇ ਆਉਂਦਾ, ਅਸੀਂ ਉਹਦਾ ਹਰ ਕਿਸੇ ਦਾ ਸਵਾਗਤ ਕਰਦੇ ਹਾਂ। ਕਿਉਂਕਿ ਅਸੀਂ ਦੀਨ ਦਿਆਲ ਉਪਾਧਿਆਏ ਜੀ ਯੁੱਗ ਪੁਰਸ਼ ਨੇ, ਜੋ ਜਿਨ੍ਹਾਂ ਨੇ ਸਾਨੂੰ ਇੱਕ ਆਤਮ ਮਾਨਵ ਦਰਸ਼ਨ ਦਾ ਵਿਚਾਰ ਦਿੱਤਾ, ਉਸ ਨੂੰ ਲੈ ਕੇ ਅਸੀਂ ਚੱਲਦੇ ਹਾਂ। ਤੇ ਉਹ ਆਖਰੀ ਵਿਅਕਤੀ ਜਿਹੜਾ ਬੈਠਾ, ਉਹਦੇ ਭਲਾ ਜਦੋਂ ਤੱਕ ਨਹੀਂ ਹੁੰਦਾ, ਉਹਦੇ ਜਿਹਦੇ ਸਿਰ ਤੇ ਛੱਤ ਨਹੀਂ, ਜਿਹਦੇ ਤਨ ਨੂੰ ਕੱਪੜਾ ਨਹੀਂ, ਜਿਹਦੇ ਪੇਟ ਨੂੰ ਰੋਟੀ ਨਹੀਂ, ਉਦੋਂ ਤੱਕ ਦੇਸ਼ ਸਮਾਜ ਦਾ ਭਲਾ ਨਹੀਂ ਹੋ ਸਕਦਾ। ਇਹ ਸੋਚ ਕੇ ਬੀਜੇਪੀ ਕੰਮ ਕਰਦੀ ਹੈ। ਜਿਹੜਾ ਸਾਡੇ ਨਾਲ ਇਹਦੇ 'ਚ ਕੰਮ ਕਰਨਾ ਚਾਹੇ ਇਸ ਵਿਚਾਰਧਾਰਾ ਨੂੰ ਲੈ ਕੇ, ਅਸੀਂ ਉਹ ਹਰ ਕਿਸੇ ਦਾ ਸਵਾਗਤ ਕਰਦੇ ਹਾਂ। ਔਰ ਮੈਨੂੰ ਉਮੀਦ ਆ ਕਿ ਆਉਣ ਵਾਲੇ ਟਾਈਮ 'ਚ ਪੰਜਾਬ ਦੇ ਅੰਦਰ ਅਲੱਗ-ਅਲੱਗ ਦਲਾਂ ਤੋਂ ਬੜੇ ਲੋਕ ਜਿਹੜੇ ਉਹਨਾਂ ਦੇ ਹੈਗੇ ਆ, ਉਹ ਆਉਣ ਵਾਲੇ ਨੇ। ਔਰ ਪੰਜਾਬ 'ਚ ਜਦੋਂ ਆਗਾਜ਼ ਅੱਛਾ ਹੁੰਦਾ ਤਾਂ ਅੰਜਾਮ ਵੀ ਅੱਛਾ ਹੋਊਗਾ। ਤੇ ਇਸ ਲਈ ਮੈਂ ਇਹ ਸਮਝਦਾ ਕਿ ਮੈਂ ਅੱਜ ਫੇਰ ਕਹਿਣਾ ਕਿ ਸਾਡੇ ਕਾਨੂੰਨ ਬਹੁਤ ਅੱਛੇ ਸੀ, ਕਿਸਾਨ ਹਿੱਤ 'ਚ ਸੀ। ਸਾਡੇ ਪ੍ਰਧਾਨ ਮੰਤਰੀ ਕਿਸਾਨ ਹਿੱਤੂ ਆ, ਸਾਡੀ ਸਰਕਾਰ ਕਿਸਾਨ ਹਿੱਤੂ ਆ। ਅਸੀਂ ਕੁਝ ਸੈਕਸ਼ਨ ਆਫ ਫਾਰਮਰਸ ਜਿਹੜਾ ਹੈਗਾ ਉਹਨੂੰ ਸਮਝਾਉਣ 'ਚ ਕਾਮਯਾਬ ਨਹੀਂ ਹੋ ਸਕੇ, ਇਸ ਕਰਕੇ ਇਹ ਕਾਨੂੰਨ ਰਿਪੀਲ ਕੀਤੇ ਨੇ। ਕਿਉਂਕਿ ਇਹ ਲੜਾਈ ਬਣਾ ਰਹੇ ਸੀ ਸਿੱਖ ਵਰਸਸ ਸਰਕਾਰ, ਭਾਰਤ ਸਰਕਾਰ, ਔਰ ਕਾਂਗਰਸ ਚਾਹੁੰਦੀ ਸੀ ਇਹ, ਔਰ ਆਮ ਆਦਮੀ ਪਾਰਟੀ ਵੀ। ਤੇ ਇਹ ਕਿਸਾਨ ਦਾ ਮੋਢਾ ਲੱਭ ਕੇ ਪ੍ਰਧਾਨ ਮੰਤਰੀ ਦਾ ਚਿਹਰਾ ਖਰਾਬ ਕਰਨਾ ਚਾਹੁੰਦੇ ਸੀ, ਸਰਕਾਰ ਦੀ ਦਿੱਖ ਖਰਾਬ ਕਰਨਾ ਚਾਹੁੰਦੇ ਸੀ। ਇਸ 'ਚ ਉਹਨਾਂ ਨੂੰ ਰੁਕਾਵਟ ਆਈ। ਹੁਣ ਉਹਨਾਂ ਨੂੰ ਬੜੀ ਤਕਲੀਫ ਹੋ ਰਹੀ ਹੈ। ਹੁਣ ਉਹ ਚੰਨੀ ਸਾਹਿਬ ਬਿਆਨ ਦੇ ਰਹੇ ਨੇ, ਮੁੱਖ ਮੰਤਰੀ ਪੰਜਾਬ, ਕਿ ਤੁਸੀਂ ਬਿਲਕੁਲ ਵਾਪਸ ਨਾ ਆਇਓ, ਕਾਨੂੰਨ ਗਰੰਟੀ ਲਓ ਤੇ ਇਹ ਕਰੋ।
ਉਹਨਾਂ ਨੂੰ ਇਹ ਨਹੀਂ ਪਤਾ ਕਿ ਮੇਰੇ ਨਾਲ MSP ਦੀ ਤੁਸੀਂ ਕਦੇ ਫੇਰ ਦੁਬਾਰਾ ਬਹਿਸ ਰੱਖ ਲੈਣਾ, ਮੈਂ ਦੱਸ ਦੂੰਗਾ ਕਿ ਇਹਦਾ ਨੁਕਸਾਨ ਪੰਜਾਬ ਦੇ ਕਿਸਾਨ ਦਾ ਕੀ ਹੋਣ ਵਾਲਾ। ਕਿਸਾਨ ਸੁਸਾਈਡ ਕਰਿਆ ਕਰੇਗਾ, ਆ ਜਿਹੜੇ ਕਿਸਾਨ ਲੀਡਰ ਨੇ ਅੱਗੇ ਅੱਗੇ ਭੱਜਿਆ ਕਰਨਗੇ, ਕਿਸਾਨ ਡੰਡੇ ਲੈ ਕੇ ਇਹਨਾਂ ਦੇ ਪਿੱਛੇ ਭੱਜਣਗੇ। ਐਸੀ ਸਥਿਤੀ ਹੋਣੀ ਆ ਜੇ ਇਹਨਾਂ ਨੇ ਗਲਤੀ ਕਰ ਲਈ, ਕਿਉਂਕਿ ਜਿਹੜਾ ਅਨਾਜ ਹੈਗਾ ਉਹ 280 ਮਿਲੀਅਨ ਟਨ ਪੈਦਾ ਹੁੰਦਾ, ਕਈ ਵਾਰ 300 ਮਿਲੀਅਨ ਟਨ ਵੀ ਹੋ ਜਾਂਦੇ ਮੌਨਸੂਨ ਅੱਛੀ ਆ ਜੇ, ਤੇ 78 ਮਿਲੀਅਨ ਟਨ ਹੀ ਸਰਕਾਰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਲਈ ਖਰੀਦਦੀ ਹੈ, ਤੇ ਉਹ 78 ਮਿਲੀਅਨ ਟਨ ਤੋਂ ਜ਼ਿਆਦਾ ਸਰਕਾਰ ਕੋਈ ਨਹੀਂ ਖਰੀਦ ਸਕਦੀ। ਉਹਦੇ ਚੋਂ 60% ਖਰੀਦ ਪੰਜਾਬ 'ਚ ਹੁੰਦੀ ਹੈ, 30% ਹਰਿਆਣਾ 'ਚ, ਔਰ 10% ਪੱਛਮੀ ਉੱਤਰ ਪ੍ਰਦੇਸ਼ 'ਚ ਹੁੰਦੀ ਹੈ। ਤੇ ਜਿੱਦਣ ਇਹ ਕਾਨੂੰਨ ਬਣਾ ਲਿਆ 23 ਰਾਜਾਂ 'ਚ ਜੀਰੀ ਹੁੰਦੀ ਆ ਔਰ 12 ਰਾਜਾਂ 'ਚ ਕਣਕ ਹੁੰਦੀ ਆ, ਇਹ ਵੰਡ ਕੇ ਪੰਜਾਬ ਤੋਂ ਖਰੀਦ 6% ਰਹਿ ਜਾਣੀ ਹੈ, ਕਿਉਂਕਿ ਕਾਨੂੰਨ ਤਾਂ ਸਾਰਿਆਂ ਲਈ ਇੱਕ ਹੋ ਜਾਏਗਾ। ਔਰ ਜਿਹੜੀ ਉਹ ਗਾਰੰਟੀ ਮੰਗਦੇ ਆ MSP ਦੀ, ਇਹ ਗਾਰੰਟੀ ਕੀ ਆ? ਇਹ ਮੰਗਦੇ ਆ ਕਿ ਸਰਕਾਰ ਤਾਂ ਖਰੀਦ ਨਹੀਂ ਸਕਦੀ, ਕੋਈ ਵੀ ਸਰਕਾਰ ਨਹੀਂ ਖਰੀਦ ਪਾਏਗੀ, ਗਾਰੰਟੀ ਦੇ ਦੇਣਗੇ ਜਿਸ ਤਰ੍ਹਾਂ ਮੱਧ ਪ੍ਰਦੇਸ਼ ਦਿੱਤੀ ਸੀ, ਔਰ ਉਹ ਕਾਨੂੰਨ ਵਾਪਸ ਲੈਣਾ ਪਿਆ ਉਹਨਾਂ ਨੂੰ। ਕਿਉਂ ਕਿ ਜਦੋਂ ਇੱਕ ਰੇਟ ਦਿੱਤਾ ਤੇ ਹੁਣ ਜੀਰੀ ਵਿਕਦੀ ਆ 1100-1200 ਰੁਪਏ, ਜਿੱਥੇ MSP ਨਹੀਂ ਹੈਗੀ। ਜਦੋਂ 1200 ਰੁਪਏ ਵਿਕੂਗੀ ਤੇ ਉਸ ਤੋਂ ਜ਼ਿਆਦਾ ਇਹ ਕਹਿਣਗੇ 1800 ਤੋਂ ਨੀਚੇ ਨਾ ਖਰੀਦੋ, ਤੇ ਉਹ ਕਿਸਾਨ ਦੇ ਘਰ ਪਈ ਰਹੂਗੀ। ਵਪਾਰੀ ਸੋਚੂਗਾ ਮੈਂ 5 ਸਾਲ ਦੀ ਸਜ਼ਾ ਵੀ ਖਾਵਾਂ, 2-4 ਲੱਖ ਰੁਪਏ ਦਾ ਜੁਰਮਾਨਾ ਵੀ ਦੇਵਾਂ, ਇਹ ਕਾਹਦੇ ਲਈ? ਮੈਨੂੰ ਕਿਸੇ ਹਕੀਮ ਨੇ ਕਿਹਾ। ਉਹ ਖਰੀਦੇਗਾ ਨਹੀਂ, ਤੇ ਕਿਸਾਨ ਦੇ ਘਰ 'ਚ ਅਨਾਜ ਪਿਆ ਰਹੇਗਾ। ਮੰਡੀ ਦੀ ਵਿਵਸਥਾ ਹੈ ਨਹੀਂ ਅਜੇ, ਵੇਅਰ ਹਾਊਸਿਸ ਦੀ ਵਿਵਸਥਾ ਉਨੀ ਹੈ ਨਹੀਂ ਸਰਕਾਰ ਕੋਲ, ਤੇ ਇਸ ਲਈ ਇਹ ਪਹਿਲਾਂ ਉਹ ਇਨਫਰਾਸਟ੍ਰਕਚਰ ਖੜਾ ਕਰਨ ਲਈ ਮੋਦੀ ਜੀ ਨੇ 1,00,000 ਕਰੋੜ ਰੁਪਏ ਦਿੱਤਾ, ਤੇ ਉਹ ਇਨਫਰਾਸਟ੍ਰਕਚਰ ਖੜਾ ਹੋ ਜਾਏ ਉਹਦੇ ਲਈ 2-3-4 ਸਾਲ ਲੱਗਦੇ ਆ, ਫਿਰ ਇਹਨਾਂ ਚੀਜ਼ਾਂ ਤੇ ਗੌਰ ਕੀਤਾ ਜਾ ਸਕਦਾ। ਤੇ ਕਾਨੂੰਨ ਇਹਨਾਂ ਨੇ ਜਿਹੜੀ ਇੱਕ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੀ ਮੋਦੀ ਜੀ ਨੇ ਗੱਲ ਕਹੀ ਸੀ, ਕਾਨੂੰਨ ਇਹਨਾਂ ਨੇ ਵਿਦਡਰਾਅ ਕਰਾਤੇ, ਉਹਦੇ ਨਾਲ ਹੀ ਆਮਦਨ ਦੁੱਗਣੀ ਹੋਣੀ ਸੀ। ਇਹ ਕਿਸਾਨ ਦਾ ਬਹੁਤ ਬੜਾ ਨੁਕਸਾਨ ਹੋਇਆ। ਆਮਦਨ ਦੁੱਗਣੀ ਹੋਏਗੀ ਕਿ ਨਹੀਂ? ਨਹੀਂ, ਹੁਣ ਕਿੱਥੋਂ ਹੋਣੀ ਹੈ? ਹੁਣ ਤਾਂ ਹੋ ਹੀ ਨਹੀਂ ਸਕਦੀ ਜਦੋਂ ਕਾਨੂੰਨ ਨਹੀਂ ਲਾਗੂ ਹੋਏ। ਉਹਦੇ 'ਚ ਚੀਜ਼ਾਂ ਸੀ ਨਾ, ਕਿਸਾਨ ਨੂੰ ਖੁੱਲ੍ਹ ਦਿੱਤੀ ਗਈ ਸੀ। ਤੇ ਇਸ ਲਈ ਮੈਂ ਇਹ ਕਹਿਣਾ ਕਿ ਜਿਹੜਾ MSP ਤੇ ਵੀ ਜ਼ੋਰ ਦੇ ਰਹੇ ਆ ਕਮੇਟੀ, ਇਸੇ ਕਰਕੇ ਇਹਨਾਂ ਦੀ ਬਣ ਰਹੀ ਆ ਕਿ ਕਿਸਾਨ ਆਪ ਹੀ ਫੈਸਲਾ ਕਰ ਲੈਣ, ਲੀਡਰ ਬੈਠ ਕੇ, ਔਰ ਜੇ ਕੋਈ ਫੈਸਲਾ ਗਲਤ ਕਰ ਲਿਆ ਤੇ ਫਿਰ ਕਿਸਾਨ ਨੂੰ ਹੀ ਜਵਾਬ ਦੇ ਇਹਨਾਂ ਨੂੰ ਹੋਣਾ ਪੈਣਾ, ਸਰਕਾਰ ਜਵਾਬ ਦੇ ਨਹੀਂ ਹੋਏਗੀ। ਇਸ ਲਈ ਇਹ ਪਹਿਲਾਂ ਮੈਂ ਇਸੇ ਕਰਕੇ ਤੁਹਾਡੇ ਮਾਧਿਅਮ ਨਾਲ ਉਹਨਾਂ ਨੂੰ ਮੈਸੇਜ ਪਹੁੰਚਾ ਰਹੇ ਹਾਂ ਕਿ ਭਾਈ ਇਹ ਹੁਣ ਤੁਸੀਂ ਦੇਖ ਲਓ, ਤੁਸੀਂ ਗਲਤ ਕੰਮ ਕਰਨ ਜਾ ਰਹੇ ਹੋ, ਤੁਹਾਡੀਆਂ ਗੱਲਾਂ ਸਾਰੀਆਂ ਮੰਨ ਲਈਆਂ, ਪਰ ਉਸ ਦੇ ਬਾਵਜੂਦ ਵੀ ਤੁਸੀਂ ਫਿਰ ਇਹ ਗਲਤ ਕੰਮ ਕਰਨ ਜਾ ਰਹੇ ਹੋ, ਔਰ ਇਸ ਨੂੰ ਸੋਚ ਸਮਝ ਕੇ ਕਰਨਾ। ਔਰ ਕਾਨੂੰਨ ਬਣਾਉਣ ਦੀ ਕਲਮ ਤੁਹਾਡੇ ਹੱਥ 'ਚ ਦਿੱਤੀ ਹੈ ਮੋਦੀ ਜੀ ਨੇ ਔਰ ਭਾਰਤ ਸਰਕਾਰ ਨੇ, ਤੇ ਬਣਾ ਲਓ ਹੁਣ ਜਿਹੋ ਜਿਹਾ ਕਾਨੂੰਨ ਬਣਾਉਣਾ। ਬੀਜੇਪੀ ਨੂੰ ਲੈ ਕੇ ਗਰੇਵਾਲ ਸਾਹਿਬ ਨਾਲ ਤਾਂ ਗੱਲ ਹੋਈ। ਜੈਨ ਸਾਹਿਬ, ਤੁਹਾਡਾ ਕੀ ਮਨ ਹੈ, ਕੀ ਕਹਿਣਾ ਚਾਹੁੰਦੇ? ਗਰੇਵਾਲ ਸਾਹਿਬ ਕਹਿੰਦੇ ਕਿ ਵੱਡੇ ਵੱਡੇ ਚਿਹਰੇ ਆ ਰਹੇ ਨੇ, ਮਨਜਿੰਦਰ ਸਿਰਸਾ ਦਿੱਲੀ ਤੋਂ ਆਏ ਨੇ, ਪੰਜਾਬ ਦੇ ਵਿੱਚ ਕਿਹੜੇ ਕਿਹੜੇ ਲੀਡਰਸ ਹੋਰ ਤੁਸੀਂ ਕਹਿ ਰਹੇ ਹੋ ਜੁਆਇਨ ਕਰਵਾ ਰਹੇ ਹੋ? ਦੇਖੋ, ਭਾਰਤੀ ਜਨਤਾ ਪਾਰਟੀ ਸਿਧਾਂਤ ਦੀ ਪਾਰਟੀ ਹੈ, ਅਸੂਲ ਦੀ ਪਾਰਟੀ ਹੈ, ਔਰ ਦੇਸ਼ ਹਿੱਤ ਵਿੱਚ ਪਾਰਟੀ ਹੈ। ਔਰ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਜਿਸ ਸੂਬੇ 'ਚ ਸਰਕਾਰ ਬਣੀ, ਉਸ ਸੂਬੇ ਨੇ ਤਰੱਕੀ ਕੀਤੀ ਹੈ, ਔਰ ਦੇਸ਼ ਦੇ ਵਿੱਚ ਬਣੀ ਤਾਂ ਦੇਸ਼ ਨੇ ਵੀ ਤਰੱਕੀ ਕੀਤੀ ਹੈ। ਸਾਰੇ ਆਵਾਮ ਸਾਰੇ ਇਸ ਚੀਜ਼ ਨੂੰ ਜਾਣਦੇ ਔਰ ਪਹਿਚਾਣਦੇ ਵੀ ਹੈ। ਤਾਂ ਇਸ ਕਰਕੇ ਹੁਣ ਕਾਂਗਰਸ ਦੇ ਵਿੱਚ ਕੌਣ ਜਾਏਗਾ? ਕਾਂਗਰਸ ਦਾ ਡੁੱਬਦਾ ਜਹਾਜ਼ ਹੈ, ਡੁੱਬਦਾ ਜਹਾਜ਼ ਹੈ, ਸਾਰੀ ਜਗ੍ਹਾ ਡੁੱਬ ਗਿਆ, ਇੱਕ ਅੱਧੀ ਥਾਂ ਤੇ ਰਹਿ ਗਿਆ। ਪੰਜਾਬ 'ਚ ਐਤਕੀ ਡੁੱਬ ਜਾਣਾ, ਔਰ ਰਾਜਸਥਾਨ 'ਚ ਆਲਰੇਡੀ ਪਹਿਲੇ ਹੀ ਡੁੱਬਣ ਜੋਗਾ ਹੀ ਹੈ। ਤੇ ਕਾਂਗਰਸ ਤਾਂ ਬਾਕੀ ਜਿਹੜਾ ਹੈ ਕਿ ਹਿੰਦੁਸਤਾਨ 'ਚੋਂ ਬਿਲਕੁਲ ਸਾਫ਼ ਹੋ ਜਾਣੀ, ਤੇ ਉਸ ਜਹਾਜ਼ 'ਚ ਬੈਠੇਗਾ ਕੌਣ? ਤੇ ਬਾਕੀ ਰਹਿ ਗਏ ਸਟੇਟ ਵਾਈਜ਼ ਪਾਰਟੀਆਂ ਜਿਹੜੀ ਹੈਗੀ ਅਕਾਲੀ ਦਲ ਦਾ ਸਿਸਟਮ ਜਿਹੜਾ ਪੰਜਾਬ ਦੇ ਵਿੱਚ ਉਹ ਸਾਰਿਆਂ ਨੂੰ ਪਤਾ ਹੈ। ਉੱਥੋਂ ਜਿਹੜਾ ਸਰਸਾ ਸਾਹਿਬ ਛੱਡ ਕੇ ਆਏ ਨੇ, ਤੁਸੀਂ ਡਰਾ ਰਹੇ ਹੋ ਲੋਕਾਂ ਨੂੰ, ਡਰਾ ਧਮਕਾ ਕੇ ਲੈ ਕੇ ਆ ਰਹੇ ਹੋ। ਦੇਖੋ, ਡਰਾਏ ਤਾਂ ਕੋਈ ਨਹੀਂ ਡਰਦਾ, ਜੇ ਡਰਾਉਂਦੇ ਹੀ ਹੁੰਦੇ। ਮੋਦੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹ ਕਹਿੰਦੇ ਕਿ ਡਰਾ ਧਮਕਾ ਕੇ, ਕਹਿੰਦੇ ਹਰਮੀਤ ਕਾਲਕਾ ਕਹਿੰਦੇ ਕਿ ਘੁਟਨੇ ਟੇਕ ਗਿਆ ਮਨਜਿੰਦਰ ਸਿਰਸਾ। ਦੇਖੋ, ਦੇਸ਼ ਹਿੱਤ ਵਿੱਚ ਔਰ ਪ੍ਰਜਾਤੰਤਰ ਦੀ ਜਿਹੜੀ ਰੱਖਿਆ ਹੈ ਉਹ ਮੋਦੀ ਸਾਹਿਬ ਜਿੰਨੀ ਕਰਦੇ ਕੋਈ ਨਹੀਂ ਕਰਦੇ। ਜੇ ਡਰਾਣ ਧਮਕਾਉਣ ਦੀ ਗੱਲ ਹੁੰਦੀ ਤਾਂ 1 ਸਾਲ ਤੇ ਕੋਈ ਸੜਕਾਂ ਜਾਮ ਰਹਿੰਦੀਆਂ। ਜੇ ਮੋਦੀ ਸਾਹਿਬ ਜੇ ਡਰਾਣ ਧਮਕਾਉਣ ਦੀ ਨੀਤੀ ਤੇ ਹੁੰਦੇ, ਅਗਰ ਪਿਆਰ ਦੀ ਨੀਤੀ ਨਾ ਰੱਖਦੇ ਤਾਂ ਇਹ ਹਾਲਾਤ ਹੋਣਾ ਸੀ। ਇਹ ਹਾਲਾਤ ਕਦੇ ਨਹੀਂ ਹੋਣਾ ਸੀ। ਲੋਕਾਂ ਦਾ ਮਾਨ ਸਨਮਾਨ ਕਰਦੇ ਆ, ਕਿਸਾਨਾਂ ਦਾ ਮਾਨ ਸਨਮਾਨ ਕਰਦੇ ਆ, ਜਿਹੜਾ ਆਂਦਾ ਉਹਦਾ ਮਾਨ ਸਨਮਾਨ ਕਰਦੇ ਆ। ਹਿੰਦੁਸਤਾਨ ਦੇ ਵਿੱਚ ਕੋਈ ਨਹੀਂ ਡਰਦਾ, ਔਰ ਨਾ ਹੀ ਕੋਈ ਡਰਾਉਂਦਾ ਕਿਸੇ ਨੂੰ। ਪ੍ਰਜਾਤੰਤਰ ਦੇ ਵਿੱਚ ਨਾ ਕਿਸੇ ਨੂੰ ਕੋਈ ਡਰਾ ਸਕਦਾ ਤੇ ਨਾ ਹੀ ਕੋਈ ਕਿਸੇ ਤੋਂ ਡਰਦਾ। ਇਹ ਤਾਂ ਗਲਤਫਹਿਮੀਆਂ ਉਹਨਾਂ ਕੀ ਹੈ ਕਿ ਨਾਚ ਨਾ ਜਾਣੇ ਅੰਗਣ ਠੇਡਾ। ਆਪ ਦਾ ਬੰਦਾ ਕੋਈ ਸਮਝਦਾ ਨਹੀਂ ਤਾਂ ਦੂਸਰੇ ਤੇ ਐਲੀਗੇਸ਼ਨ ਲਾਣਾ ਸੌਖਾ ਹੈ, ਤੇ ਦੂਸਰੀ ਪਾਰਟੀ ਦਾ ਕੋਈ ਗੱਲ ਹੋ ਰਿਹਾ। ਇਹਦੇ ਵਿੱਚ ਇੱਕ ਚੀਜ਼ ਤਾਂ ਮੰਨ ਕੇ ਚੱਲੋ, ਤੁਹਾਡੇ ਰਾਹੀਂ ਜਿਹੜੀ ਗੱਲ ਹੁੰਦੀ ਹੈ, ਦੇਖੋ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਚਾਹੇ ਸੁਣਨੇ ਦੀ ਹੋਵੇ ਚਾਹੇ ਮੋਦੀ ਸਾਹਿਬ ਲੱਖ ਕੰਮ ਕਰ ਪ੍ਰਸ਼ੰਸਾ ਨਹੀਂ ਕਰਨੀ, ਅਸੀਂ ਵੀ ਉਹਨਾਂ ਦੀ ਨਹੀਂ ਕਰਨੀ। ਕਿਸੇ ਪਾਰਟੀ ਨੇ ਕਿਸੇ ਦੀ ਕੋਈ ਪ੍ਰਸ਼ੰਸਾ ਨਹੀਂ ਕਰਨੀ, ਪਰ ਲੋਕ ਸਾਰੇ ਗੱਲ ਨੂੰ ਜਾਣਦੇ ਵੀ ਅਸਲ ਕੀ ਹੈ ਨਹੀਂ ਹੈ, ਔਰ ਪਬਲਿਕ ਹੀ ਫੈਸਲਾ ਕਰਦੀ ਹੈ ਇੱਥੇ, ਔਰ ਕਿਸੇ ਕੋਲ ਨਹੀਂ ਹੁੰਦਾ। ਪਬਲਿਕ ਹੀ ਸਰਕਾਰ ਬਣਾਉਂਦੀ ਹੈ, ਪਬਲਿਕ ਹੀ ਲਾ ਦਿੰਦੀ ਹੈ। ਸਾਡੇ ਕੋਲ ਤਾਂ ਗੱਲਾਂ ਹੈ, ਸਾਡੇ ਵਿੱਚੋਂ ਕੋਈ ਝੂਠ ਮਾਰੀ ਜਾਂਦੇ, ਕੋਈ ਸੱਚ ਮੰਨਦੇ, ਕੋਈ ਕਿੱਧਰੀ ਘੋੜੇ ਤੇ ਵਜਾਈ ਫਿਰਦਾ, ਉਹ ਤਾਂ ਇੱਕ ਅਲੱਗ ਗੱਲ ਹੈ।
ਤਾਂ ਇਸ ਕਰਕੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਬਹੁਤ ਲੋਕ ਆ ਰਹੇ ਨੇ, ਬਹੁਤ ਲੋਕ ਆਣਗੇ ਵੀ, ਕਿਉਂਕਿ ਸਾਡੀ ਨੀਤੀ ਹੈ। ਸਾਨੂੰ ਬੜੇ ਸੰਪਰਕ ਕਰਦੇ ਨੇ, ਮੈਨੂੰ, ਅਸੀਂ ਇੱਕ ਛੋਟੇ ਛੋਟੇ ਵਰਕਰ ਆ, ਸਾਨੂੰ ਵੀ ਫੋਨ ਕਰਦੇ ਨੇ, ਤਾਂ ਬਹੁਤ ਲੋਕ ਆ ਰਹੇ ਨੇ। ਜੇ ਨਾਂ ਲੈਣਾ ਉਚਿਤ ਨਹੀਂ ਹੈ, ਤੁਹਾਡੇ ਰਾਹੀਂ ਹੋਣਗੇ, ਮੀਡੀਆ ਦੇ ਸਾਹਮਣੇ ਸਾਰੇ ਹੋਣਗੇ, ਜਦੋਂ ਤੁਸੀਂ ਦੇਖ ਲਿਆ ਜੀ, ਤੁਹਾਡੇ ਰਾਹੀਂ ਲੋਕੀ ਵੀ ਦੇਖ ਲੈਣਗੇ। ਕਿਹੜੀਆਂ ਪਾਰਟੀਆਂ ਤੋਂ? तमाम ਪਾਰਟੀਆਂ ਤੋਂ ਜਾਂ ਕੁਝ ਸਿਲੈਕਟ ਕਰ ਲਏ? ਜਿਹੜਾ ਬੰਦਾ ਦੇਸ਼ ਹਿੱਤ ਵਿੱਚ ਹੈ, ਜਿਹੜਾ ਇਸ ਦੇਸ਼ ਵਿੱਚ ਹੈ, ਸੂਬੇ ਵਿੱਚ ਹੈ, ਉਹ ਸਾਰੇ ਜਿਹੜੇ ਬੀਜੇਪੀ ਦੀ ਨੀਤੀ ਜਿਹੜੀ ਹੈ, ਦੇਖੋ ਇੱਕ ਗੱਲ ਹੈ, ਬੀਜੇਪੀ ਨੂੰ ਆਰਐਸਐਸ ਨੂੰ ਕਿਸ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਹੈ। ਹਰੇਕ ਥਾਂ ਤੇ ਕਹਿੰਦਾ ਆਰਐਸਐਸ, ਬੀਜੇਪੀ, ਆਰਐਸ। ਦੇਖੋ ਆਰਐਸਐਸ ਜਿਹੜੀ ਹੈ, ਉਹਦੇ ਬਾਰੇ ਜਿਹੜਾ ਕੋਈ ਆਲੋਚਨਾ ਕਰਦਾ ਹੈ, ਮੇਰਾ ਕਹਿਣਾ ਇੱਕ ਹੱਥ ਜੋੜ ਕੇ ਪ੍ਰਾਰਥਨਾ ਹੈ ਕਿ ਕਿਸੇ ਦੀ ਆਲੋਚਨਾ ਕਰਨੀ ਹੈ, ਉਸ ਤੋਂ ਪਹਿਲਾਂ ਉਹਦੀ ਪਿਛੋਕੜ ਜਿਹੜਾ ਪੂਰਾ ਜਾਣ ਲੈਣਾ ਚਾਹੀਦਾ ਹੈ। ਕਿਸੇ ਕਹਿਣ ਕਹਾਣ ਤੇ ਨਹੀਂ ਕਰਨਾ ਚਾਹੀਦਾ ਹੈ ਵੀ ਆਲੋਚਨਾ ਕਿਸੇ ਦੇ ਕਹਿਣ ਤੇ ਉਹਨੇ ਕਹਿਤਾ ਜਾਂ ਕਿਸੇ ਨੂੰ ਬਦਨਾਮ ਕਰਨ ਵਾਸਤੇ। ਜਿੰਨੀ ਅੱਛੀ ਸੰਸਥਾ ਆਰਐਸਐਸ ਹੈ, ਉਹ ਜੀ ਅੱਛੀ ਸੰਸਥਾ ਕੋਈ ਨਹੀਂ ਹੈ, ਦੇਸ਼ ਭਗਤ ਸੰਸਥਾ ਕੋਈ ਨਹੀਂ ਹੈ, ਮੈਂ ਤੁਹਾਨੂੰ ਟੋਕ ਕੇ ਕਹਿੰਦਾ ਇੱਥੇ। ਔਰ ਜਿੰਨੀ ਅੱਛੀ ਪਾਰਟੀ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਹੈ, ਕੋਈ ਨਹੀਂ ਹੈਗੀ। ਹੁਣ ਤੁਸੀਂ ਕਹਿੰਦੇ ਤੂੰ ਭਾਰਤੀ ਜਨਤਾ ਪਾਰਟੀ ਤਾਂ ਕਰਦਾ, ਸੱਚੇ ਦਿਲ ਨਾਲ ਕੋਈ ਬੈਠ ਕੇ ਸੋਚ ਲੈ, ਠੰਡੇ ਦਿਲ ਨਾਲ ਸੋਚ ਲੈ, ਔਰ ਸਾਰੀ ਚੀਜ਼ ਦੇਖ ਲੈ। ਪੰਜਾਬ ਦਾ ਕਿਹਨੇ ਭਲਾ ਕੀਤਾ ਹੈ, ਕਿਸਾਨ ਨੇ ਕਿਹਨੇ ਭਲਾ ਕੀਤਾ ਹੈ। 75 ਸਾਲ ਦੇ ਇਤਿਹਾਸ ਦੇ ਵਿੱਚ ਤੁਸੀਂ ਅਟਲ ਬਿਹਾਰੀ ਵਾਜਪਾਈ 6 ਸਾਲ ਰਹੇ, ਕਿੰਨੇ ਕੰਮ ਹੋਏ। ਅਟਲ ਬਿਹਾਰੀ ਵਾਜਪਾਈ ਦੀ ਯੋਜਨਾ ਨਾਲ ਅੱਜ ਦੇਸ਼ ਜਿਹੜਾ ਤਰੱਕੀ ਵੱਲ ਜਾ ਰਿਹਾ ਹੈ। ਜਿਹੜੀ ਇਹ ਸੜਕਾਂ ਹੈਗੀਆਂ, ਪੁਲ ਹੈਗੇ, ਜਿਹੜੀ ਆਰਮੀ ਦੀ ਗੱਲ ਹੈ, ਸਾਰੀ ਜਿਹੜੀ ਯੋਜਨਾ ਸਾਰੀ ਉਹਨਾਂ ਦੀ ਉਸ ਟਾਈਮ ਦੀ ਬਣੀ ਹੋਈ ਹੈ। ਮੋਦੀ ਸਾਹਿਬ ਦੀ ਯੋਜਨਾ ਵੀ ਅੱਜ ਪੂਰੀ ਜਿਹੜੀ ਹੈ ਦੇਸ਼ ਦੇ ਵਿੱਚ ਕੰਮ ਹੋ ਰਹੀ ਹੈ। ਅੱਜ ਅਸੀਂ ਵੀ ਦਿੱਲੀ ਆਂਦੇ ਸੀ ਨਾ ਜੀ, ਤਾਂ 10 ਘੰਟਿਆਂ 'ਚ ਦਿੱਲੀ ਪਹੁੰਚਦੇ ਸੀ, ਔਰ 4.5 ਘੰਟਿਆਂ 'ਚ ਅਸੀਂ ਦਿੱਲੀ ਆ ਜਾਂਦੇ ਹਾਂ। ਕਿੰਨੀਆਂ ਅੱਛੀਆਂ ਸੜਕਾਂ ਹੋ ਗਈਆਂ। ਅੱਜ ਦੇਖ ਰਹੇ ਪੂਰੇ ਹਿੰਦੁਸਤਾਨ ਦੇ, ਔਰ ਹਿੰਦੁਸਤਾਨ ਦਾ ਨਾਂ ਦੂਸਰੇ ਦੇਸ਼ਾਂ ਦੇ ਵਿੱਚ ਹੈ। ਤੇ ਜਿਹੜੇ ਲੋਕ ਜਾਣਦੇ ਉਹ ਸਾਰੇ ਜਾਣਦੇ, ਜਿਹਨੇ ਆਲੋਚਨਾ ਕਰਨੀ ਹੈ ਉਹਨੇ ਕਰਨੀ ਹੈ, ਪਰ ਉਹਦੇ ਨਾਲ ਆਲੋਚਨਾ ਕਰਨ ਨਾਲ ਕੋਈ ਨਹੀਂ ਫਰਕ ਪੈਂਦਾ। ਆਰਐਸਐਸ ਦਾ ਤੁਸੀਂ ਜ਼ਿਕਰ ਕੀਤਾ, ਮੈਨੂੰ ਇਹ ਦੱਸੋ ਕਿ ਆਰਐਸਐਸ ਵਾਲੇ ਗਾਂਧੀ ਦਾ ਜਦੋਂ ਜ਼ਿਕਰ ਆਉਂਦਾ, ਮਹਾਤਮਾ ਗਾਂਧੀ ਦਾ, ਉਹ ਕਹਿੰਦੇ ਸੀ ਗਾਂਧੀ ਨੂੰ ਮੰਨਦੇ ਆ, ਦੂਜੇ ਬੰਨੇ ਕਹਿੰਦੇ ਸੀ ਗੋਡਸੇ ਨੂੰ ਮੰਨਦੇ ਆ। ਤੁਹਾਡੀ ਵਿਚਾਰਧਾਰਾ ਕੀ ਕਹਿੰਦੀ ਹੈ? ਮਹਾਤਮਾ ਗਾਂਧੀ ਰਾਸ਼ਟਰਪਿਤਾ ਹੈ। ਦੇਖੋ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਸਾਰੇ ਦੇਸ਼ ਵਾਸੀਆਂ ਨੂੰ ਕਹਿਣਾ ਚਾਹੁੰਦਾ, ਦੇਖੋ ਜਿੰਨੇ ਜੋ ਫੈਸਲੇ, ਉਹ ਵਕਤ ਹੁੰਦਾ ਹੈ। ਜਿਹਨੇ ਕੋਈ ਕੰਮ ਕਿਸੇ ਤਰ੍ਹਾਂ ਕੀਤਾ, ਸਾਨੂੰ ਉਸ 'ਚ ਜਾਣਾ ਵੀ ਨਹੀਂ ਚਾਹੀਦਾ, ਕਿਸੇ ਪਾਰਟੀ ਨਹੀਂ ਜਾਣਾ ਚਾਹੀਦਾ। ਪਿੱਛੇ ਜਿਹੜੇ ਸਾਡੇ ਕਿਸੇ ਨੇ ਲੀਡਰ ਨੇ, ਭਾਵੇਂ ਕਾਂਗਰਸ ਦੇ, ਬੀਜੇਪੀ ਨੇ, ਭਾਵੇਂ ਦੇਸ਼ ਹਿੱਤ ਵਿੱਚ ਕੋਈ ਕੀ ਕਰ ਗਿਆ, ਕੋਈ ਨਾ, ਉਹਨਾਂ ਗੱਲਾਂ 'ਚ ਨਹੀਂ ਜਾਣਾ ਚਾਹੀਦਾ। ਜਿਹੜਾ ਉਹ ਗੱਲਾਂ ਜਾਣ 'ਚ ਕੋਈ ਫਾਇਦਾ ਨਹੀਂ ਹੈ। ਸਾਨੂੰ ਆਪਣਾ ਅੱਗਾ ਦੇਖਣਾ ਚਾਹੀਦਾ, ਅੱਗਾ ਸੁਧਾਰਨਾ ਚਾਹੀਦਾ। ਪਿੱਛਾ ਜੋ ਹੋ ਗਿਆ, ਜੋ ਕੁਰਸੀ ਤੇ ਬੈਠਦਾ ਹੈ, ਉਹਨੇ ਅਗਰ ਫੈਸਲਾ ਲਿਆ ਹੈ ਤਾਂ ਉਹਨੇ ਠੀਕ ਹੀ ਦੇਖ ਕੇ ਲਿਆ ਹੋਣਾ। ਅਗਰ ਉਹਨੇ ਫੈਸਲਾ ਠੀਕ ਦੇਖ ਕੇ ਲੈਣਾ, ਅਜੋ ਕੋਈ ਰਿਜ਼ਲਟ ਗਲਤ ਆਣਾ ਤਾਂ ਉਹ ਇਸ ਤਰ੍ਹਾਂ ਦੀ ਗੱਲ ਕਰਨੀ ਉਚਿਤ ਨਹੀਂ ਹੈ, ਨਾ ਹੀ ਕਰਨੀ ਚਾਹੀਦੀ ਹੈ। ਹੁਣ ਸਾਨੂੰ ਸਿਰਫ ਦੇਸ਼ ਹਿੱਤ ਵਿੱਚ ਕਰਨਾ ਚਾਹੀਦਾ, ਸਾਡਾ ਦੇਸ਼ ਤਰੱਕੀ ਕਿਵੇਂ ਕਰੇ, ਸਾਡੇ ਨੌਜਵਾਨਾਂ ਨੂੰ ਨੌਕਰੀ ਕਿਸ ਤਰ੍ਹਾਂ ਮਿਲੇ, ਮਤਲਬ ਰੋਜ਼ਗਾਰ ਮਿਲੇ, ਔਰ ਕਿਸਾਨ ਜਿਹੜਾ ਹੈ ਉਹ ਖੁਸ਼ਹਾਲ ਹੋਵੇ, ਸਾਡਾ ਦੇਸ਼ ਖੁਸ਼ਹਾਲ ਹੋਵੇ, ਸਾਡੇ ਪਿੰਡ ਖੁਸ਼ਹਾਲ ਹੋਣ, ਸਾਡੇ ਸ਼ਹਿਰ ਖੁਸ਼ਹਾਲ। ਸਾਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ। ਜ਼ਿਕਰ ਕੀਤਾ ਕਿ ਕਾਂਗਰਸ ਤੋਂ ਵੀ ਲੋਕ ਕਰ ਰਹੇ ਆ, ਔਰ ਚੰਨੀ ਹੁਣਾਂ ਦਾ ਵੀ ਜ਼ਿਕਰ ਕੀਤਾ। ਉਹ ਤਾਂ ਦੁਬਾਰਾ ਸਰਕਾਰ ਰਿਪੀਟ ਕਰਨ ਦੀ ਗੱਲ ਕਹਿੰਦੇ ਕਿ ਹੁਣ ਤਾਂ ਪੰਜਾਬ ਨੂੰ ਚੰਗਾ ਚਿਹਰਾ ਹੀ ਹੁਣ ਮਿਲਿਆ। ਕਹਿੰਦੇ ਆਮ ਆਦਮੀ ਅਸਲੀ ਤਾਂ ਕਹਿੰਦੇ ਹੁਣ ਮਿਲਿਆ, ਰਿਪੀਟ ਕਰਾਂਗੇ ਕਹਿੰਦੇ ਸਰਕਾਰ। ਚਲੋ ਮੈਂ ਨਹੀਂ ਕੀ ਕੁਝ ਕਹਿਣਾ ਚਾਹੁੰਦਾ। ਕਿਸੇ ਨੇ ਪੁੱਛਿਆ, ਨਾਈ ਕੋਲ ਗਿਆ ਸੀ, ਬੋਲੇ ਵਾਲ ਕਿੰਨੇ ਹੈ, ਤੇ ਨਾਈ ਨੇ ਕਹਿੰਦੇ ਹੁਣੀ ਆਪਾਂ ਤੁਹਾਡੇ ਅੱਗੇ ਸਿੱਟ ਦੇਣੇ ਕਿੰਨੇ ਹੈ। ਹੁਣ ਤਾਂ 2-2.5 ਮਹੀਨੇ ਰਹੇ ਹੈ, ਕਿਉਂ ਮੈਂ ਕੁਝ ਮਾੜਾ ਕਹਾਂ, ਕਿਉਂ ਕੋਈ ਹੋਰ ਮਾੜਾ ਕਹੇ। ਹੁਣ ਪਤਾ ਲੱਗ ਜਾਣਾ ਕੌਣ ਚੰਗਾ ਕੌਣ ਮਾੜਾ। ਹੁਣ ਤਾਂ ਮੈਦਾਨ ਵੱਖਿਆ ਪਿਆ, ਤਾਂ ਕਹਿਣ ਦੀ ਲੋੜ ਹੀ ਨਹੀਂ ਹੈ। ਬਿਰਮ ਸਾਹਿਬ ਕੀ ਲੱਗਿਆ ਜਦੋਂ ਪ੍ਰਧਾਨ ਮੰਤਰੀ ਹੁਣਾਂ ਨੇ ਐਲਾਨ ਕੀਤਾ ਕਿ ਕਾਨੂੰਨ ਵਾਪਸ ਹੋ ਰਹੇ? ਕਿਉਂਕਿ ਸਭ ਤੋਂ ਵੱਧ ਪੇਜ ਤਾਂ ਫਸਾਇਆ ਸੀ ਜਾਂ ਤਾਂ ਹਰਜੀਤ ਗਰੇਵਾਲ ਹੁਣਾਂ ਨੇ ਜਾਂ ਸੁਰਜੀਤ ਜਾਣੀ ਹੁਣਾਂ ਨੇ। ਕਿਸਾਨਾਂ ਦੇ ਨਾਲ ਵੀ ਸਿੱਧੀ ਟੱਕਰ ਲੈਂਦੇ ਰਹੇ, ਬਹੁਤ ਗਾਲਾਂ ਵੀ ਪਈਆਂ ਤੁਹਾਨੂੰ, ਤੁਸੀਂ ਬਹੁਤ ਬੋਲਦੇ ਰਹੇ ਲੋਕਾਂ ਨੂੰ। ਤਾਂ ਤੁਹਾਨੂੰ ਕੀ ਲੱਗਿਆ ਸੀ ਜਾਂ ਹੁਣ ਅੱਗੇ ਕੀ ਲੱਗ ਰਿਹਾ? ਫਿਰ ਤੁਹਾਨੂੰ ਲੱਗਦਾ ਕਿ ਰਾਹ ਪੱਧਰਾ ਹੋ ਜਾਊਗਾ ਤੁਹਾਡੇ ਵਾਸਤੇ? ਦੇਖੋ, ਮੈਂ ਤੁਹਾਡੀਆਂ ਦੋਨੋਂ ਚੀਜ਼ਾਂ ਦਾ ਜਵਾਬ ਦਿੰਦਾ। ਇੱਕ ਤਾਂ ਤੁਸੀਂ ਸਿਰਸਾ ਜੀ ਬਾਰੇ ਗੱਲ ਕੀਤੀ ਸੀ। ਮਨਜਿੰਦਰ ਸਿੰਘ ਸਿਰਸਾ ਹੀ ਨਹੀਂ, ਹਰ ਸਿੱਖ ਨੂੰ ਮੋਦੀ ਜੀ ਦਾ ਸਮਰਥਕ ਹੋਣਾ ਚਾਹੀਦਾ। ਉਹਦਾ ਕਾਰਨ ਇਹ ਆ, ਇਸ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਰਿਹਾ, ਇਸ ਦੇਸ਼ ਦਾ ਰਾਸ਼ਟਰਪਤੀ ਸਿੱਖ ਰਿਹਾ। ਕਿਸੇ ਨੇ ਵੀ ਅਗਰ 35 ਸਾਲਾਂ ਤੋਂ ਵੱਧ ਸਮੇਂ 'ਚ ਕਾਲੀ ਸੂਚੀ, ਬਲੈਕ ਲਿਸਟ ਜਿਹਨੂੰ ਕਹਿੰਦੇ ਆ, ਉਹਦੇ 'ਚ ਲੋਕ ਸੀਗੇ ਔਰ ਉਹ ਵਿਦੇਸ਼ਾਂ ਤੋਂ ਆਪਦੇ ਘਰ ਨਹੀਂ ਆ ਸਕਦੇ ਸੀ। ਮੋਦੀ ਜੀ ਨੇ ਬਿਨਾਂ ਮੰਗੇ ਤੋਂ ਉਹ ਕਾਲੀ ਸੂਚੀ ਖਤਮ ਕੀਤੀ। ਰੋਪਵੇ ਜਿਹੜਾ ਬਣ ਰਿਹਾ ਹੇਮਕੁੰਟ ਸਾਹਿਬ ਦਾ, ਉਹ ਜਦੋਂ ਇੱਥੇ ਗਏ ਕੇਦਾਰਨਾਥ ਜੀ, ਸ਼੍ਰੀ ਕੇਦਾਰਨਾਥ ਤੇ, ਤਾਂ ਉਹਨਾਂ ਨੇ ਕਿਹਾ ਵੀ ਹੇਮਕੁੰਟ ਸਾਹਿਬ ਦਾ ਵੀ ਰੋਪਵੇ ਬਣਨਾ ਚਾਹੀਦਾ। ਠੀਕ ਹੈ, ਕਿਸੇ ਨੇ ਮੰਗ ਨਹੀਂ ਕੀਤੀ। ਪ੍ਰਧਾਨ ਮੰਤਰੀ ਪਹਿਲਾਂ ਵੀ ਸੀਗੇ, ਕਿਸੇ ਨੇ ਨਹੀਂ ਬਣਾਇਆ। ਫਿਰ 84 ਦੀ ਨਸਲਕੁਸ਼ੀ ਦਾ ਇਨਸਾਫ ਕੇਸ ਬੰਦ ਹੋ ਗਏ, ਦੁਬਾਰਾ ਸਿੱਟ ਬਣਾਈ ਤੇ ਉਹ ਖੋਲ ਕੇ ਅੱਜ ਸੱਜਣ ਕੁਮਾਰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਆ। ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਦਿੱਤਾ। ਔਰ ਇਹੀ ਗੱਲਾਂ ਦੇਖ ਕੇ ਸਿਰਸਾ ਸਾਹਿਬ ਇੱਧਰ ਨੂੰ ਆਏ ਤੇ ਬਾਕੀ ਵੀ ਸਿੱਖ ਆਉਣਗੇ।
ਔਰ ਜਿਹੜਾ ਇਹ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਆ, ਇਹ ਅਟਲ ਜੀ ਨੇ 1999 ਚ ਪਾਕਿਸਤਾਨ ਗਏ, ਉੱਥੇ ਕਿਹਾ ਸੀ ਕਿ ਬਈ ਇਹ ਬਣਨਾ ਚਾਹੀਦਾ। ਔਰ ਸਾਡੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ, ਉਹਨਾਂ ਨੇ ਆਉਂਦੇ ਹੀ ਉਹ ਕੋਰੀਡੋਰ ਜਿਹੜਾ ਹੈਗਾ 70 ਸਾਲਾਂ ਦੀਆਂ ਅਰਦਾਸਾਂ ਨੂੰ ਬੂਰ ਪਾਇਆ, ਤੇ ਫਿਰ ਉਹ ਬੰਦ ਹੋਣਾ ਪਿਆ ਜਦੋਂ ਇਹ ਮਹਾਮਾਰੀ ਆ ਗਈ ਕੋਵਿਡ ਦੀ। ਤਾਂ ਉਹਨਾਂ ਨੇ 100 ਕਰੋੜ ਤੇ 6 ਲੱਖ 106 ਕਰੋੜ ਲੋਕਾਂ ਨੂੰ ਵੈਕਸੀਨੇਸ਼ਨ ਕਰਕੇ ਉਸ ਮਹਾਮਾਰੀ ਤੋਂ ਸੁਰੱਖਿਅਤ ਕੀਤਾ। ਔਰ ਉਸ ਤੋਂ ਬਾਅਦ ਦੁਬਾਰਾ ਫਿਰ ਕੋਰੀਡੋਰ ਖੋਲ੍ਹਿਆ। ਲੋਕ ਭਾਂਤ-ਭਾਂਤ ਦੀਆਂ ਗੱਲਾਂ ਕਰਦੇ ਰਹਿੰਦੇ ਨੇ, ਭੁਲੇਖੇ ਪਾਉਂਦੇ ਨੇ। ਇਸ ਕਰਕੇ ਸਿੱਖਾਂ ਲਈ ਜਿੰਨਾ ਮੋਦੀ ਜੀ ਨੇ ਕੀਤਾ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ, ਔਰ ਅੱਗੇ ਵੀ ਉਹੀ ਕਰਨਗੇ। ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਹੋਣ ਵਾਲੀਆਂ, ਬਹੁਤ ਸਾਰੇ ਮਸਲੇ ਨੇ ਜਿਹੜੇ ਕਾਂਗਰਸ ਦੇ ਲਟਕਾਏ ਹੋਏ ਆ, ਉਹ ਵੀ ਹੱਲ ਹੋ ਜਾਣੇ ਆ। ਸਿਰਸਨ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਥੋੜੀ ਦੇਰ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਣਾ ਨੇ, ਉਹ ਕਹਿੰਦੇ ਕਿ ਏਜੰਸੀਆਂ ਦੀ ਦੁਰਵਰਤੋਂ ਕਰਕੇ ਡਰਾ ਧਮਕਾ ਲਿਆ, ਔਰ ਕੇਸ ਤਾਂ ਕਹਿੰਦੇ ਹੋਰ ਬਹੁਤ ਸਾਰੇ ਲੋਕਾਂ ਤੇ ਸੀ ਕਿ ਕੇਸਾਂ ਤੋਂ ਡਰ ਗਿਆ ਸਿਰਸਾ, ਇਸ ਕਰਕੇ ਕਹਿੰਦੇ ਕਿ ਬੀਜੇਪੀ ਸ਼ਾਮਲ ਹੋ ਗਿਆ। ਔਰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ, ਉਹਨਾਂ ਦਾ ਬਿਆਨ ਆਇਆ, ਉਹ ਕਹਿੰਦੇ ਕਿ ਸਰਸੇ ਨਾਲ ਮੇਰੀ ਗੱਲ ਹੋਈ ਸੀ, ਔਰ ਕਹਿੰਦੇ ਕਿ ਮੈਨੂੰ ਇਹ ਲੱਗਦਾ ਕਿ ਸਰਸੇ ਨੂੰ 2 ਆਪਸ਼ਨ ਦਿੱਤੇ ਬੀਜੇਪੀ ਨੇ, ਵੀ ਜਾਂ ਤਾਂ ਜੇਲ੍ਹ ਚਲਾ ਜਾ ਜਾਂ ਬੀਜੇਪੀ ਚ ਜਾ। ਕਹਿੰਦੇ ਡਰ ਗਿਆ ਔਰ ਬੀਜੇਪੀ ਚਲਾ ਗਿਆ। ਚਲੋ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੱਗਦਾ ਕਪਲੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦਾ ਵੀ ਬਹੁਤਾ ਏਜੰਸੀਆਂ ਦਾ ਡਰ ਤਾਂ ਉਹਨਾਂ ਨੂੰ ਵੀ ਹੋਣਾ ਚਾਹੀਦਾ, ਤੇ ਪਰ ਇਹ ਇਹੋ ਜਿਹਾ ਕੋਈ ਚੱਕਰ ਨਹੀਂ। ਜੇ ਬੀਜੇਪੀ ਡਰਾਉਂਦੀ ਹੋਵੇ ਤਾਂ ਉਹਨਾਂ ਨੂੰ ਵੀ ਡਰਾਵੇ, ਸਿੱਧਾ ਸਿੱਧਾ ਬਾਕੀਆਂ ਨੂੰ ਵੀ ਡਰਾ ਲੇ। ਇਸ ਤਰ੍ਹਾਂ ਦਾ ਕੰਮ ਸਾਡੀ ਪਾਰਟੀ ਨਾ ਸਾਡੀ ਸਰਕਾਰ ਨਾ ਸਾਡੇ ਪ੍ਰਧਾਨ ਮੰਤਰੀ ਕਰਦੇ ਆ। ਔਰ ਇਹ ਜਿਹੜਾ ਕਾਨੂੰਨ ਵਾਪਸ ਲਏ, ਤੁਸੀਂ ਇਹਦੀ ਗੱਲ ਕਰਦੇ ਸੀ, ਕਾਨੂੰਨ ਵਾਪਸ ਇਸ ਕਰਕੇ ਲੈਣੇ ਪਏ ਕਿ ਇਹ ਲੋਕ ਕਿਸਾਨ ਅੰਦੋਲਨ ਨਹੀਂ ਚਲਾ ਰਹੇ ਸੀ, ਇਹ ਬਾਹਰ ਦੀਆਂ ਏਜੰਸੀਆਂ ਤੇ ਬਾਹਰ ਦੇ ਜਿਹੜੇ ਲੋਕ ਸੀ ਉਹ ਵੀ ਵਿੱਚ ਇੰਟਰਫੇਅਰ ਕਰਕੇ ਬਹੁਤ ਪੈਸਾ ਇਹਦੇ 'ਚ ਲਗਾ ਰਹੇ ਸੀ। ਇਹ ਪਹਿਲਾਂ ਤਾਂ ਭਾਰਤ ਸਰਕਾਰ ਵਰਸਸ ਸਿੱਖ ਬਣਾ ਰਹੇ ਸੀ ਇਸ ਅੰਦੋਲਨ ਨੂੰ। ਉਹ ਨਰਿੰਦਰ ਮੋਦੀ ਜੀ, ਅਮਿਤ ਸ਼ਾਹ ਜੀ ਔਰ ਦਿੱਲੀ ਪੁਲਿਸ ਨੂੰ ਸਲੂਟ ਕਰਨਾ ਚਾਹੀਦਾ ਕਿ 26 ਜਨਵਰੀ ਨੂੰ ਉਹਨਾਂ ਨੇ ਬਚਾ ਲਿਆ। ਉਹਨਾਂ ਕੋਲ ਦਿੱਲੀ ਪੁਲਿਸ ਨੇ ਜਿਹੜਾ ਡਿਸਪਲਿਨ ਦਾ ਪਾਲਣ ਕੀਤਾ, ਉਹਨਾਂ ਕੋਲ ਲਾਠੀ ਵੀ ਸੀ, ਗੋਲੀ ਵੀ ਸੀ, ਡੰਡਾ ਵੀ ਸੀ। ਉਹਨਾਂ ਨੇ 30-30 ਫੁੱਟ ਤੋਂ ਛਾਲਾਂ ਮਾਰਤੀਆਂ, ਲਾਠੀ ਗੋਲੀ ਡੰਡਾ ਨਹੀਂ ਚਲਾਇਆ। ਕੋਸ਼ਿਸ਼ ਕੋਈ ਨਹੀਂ, ਇਹਨਾਂ ਨੇ ਕਸਰ ਕੋਈ ਨਹੀਂ ਛੱਡੀ। ਤੇ ਹੁਣ ਇਹ ਬਣਾ ਰਹੇ ਸੀ ਸਿੱਖ ਵਰਸਸ ਪ੍ਰਧਾਨ ਮੰਤਰੀ, ਤੇ ਇਹ ਅੰਦੋਲਨ ਨੂੰ ਦੂਸਰੀ ਦੇ ਰਹੇ ਸੀ, ਸ਼ਕਲ ਅਖਤਿਆਰ ਕਰਵਾ ਰਹੇ ਸੀ, ਜਿਹਦੇ ਨਾਲ ਪੰਜਾਬ 'ਚ ਕਤਲੇਆਮ ਮੱਚੇ। ਉਹ ਪ੍ਰਧਾਨ ਮੰਤਰੀ ਜੀ ਨੇ ਕਿਸੇ ਕੀਮਤ ਤੇ ਨਹੀਂ ਸੀ ਕਰਨਾ, ਕਿਉਂਕਿ ਕਾਂਗਰਸ ਦਾ ਇਹਦੇ 'ਚ ਬਹੁਤ ਜ਼ੋਰ ਲੱਗਿਆ ਹੋਇਆ ਸੀ। ਉਹ ਇਸ ਕਰਕੇ ਲੱਗਿਆ ਹੋਇਆ ਸੀ, ਕਾਂਗਰਸ ਦੇ ਮੱਥੇ ਤੇ ਕਾਲਾ ਧੱਬਾ ਲੱਗਿਆ ਹੋਇਆ, ਔਰ ਲੋਕਤੰਤਰ ਤੇ ਵੀ ਦਾਗੀ ਕਰਤਾ ਉਹਨਾਂ ਨੇ, ਜਿਹੜਾ 1984 ਦੀ ਨਸਲਕੁਸ਼ੀ ਸੀ ਸਿੱਖਾਂ ਦੀ। ਔਰ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦਾ ਢਹਿ ਢੇਰੀ ਕਰਨਾ ਸੀ, ਹਮਲਾ ਕਰਨਾ ਸੀ। ਉਹ ਆਪਣਾ ਦਾਗ ਉਤਾਰ ਕੇ ਸਾਡੇ ਮੱਥੇ ਤੇ ਲਾਉਣਾ ਚਾਹੁੰਦੇ ਸੀ, ਔਰ ਇਹ ਅੰਦੋਲਨ ਸਮਾਪਤ ਹੋਇਆ। ਔਰ ਅਸੀਂ ਉਹ ਕਿਸਾਨਾਂ ਨੂੰ ਉਹਨਾਂ ਨੂੰ ਸਮਝਾ ਨਹੀਂ ਪਾਏ, ਤੇ ਇਸ ਕਰਕੇ ਇਹ ਕਾਨੂੰਨ ਵਾਪਸ ਲੈਣੇ ਪਏ ਆ। ਇਸ ਲਈ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਅਸੀਂ ਮਾਫੀ ਵੀ ਮੰਗਦੇ ਹਾਂ ਕਿ ਅਸੀਂ ਇਹ ਸਮਝਾ ਨਹੀਂ ਪਾਏ, ਇਹਨਾਂ ਨੂੰ ਸਮਝਾਉਣਾ ਸਾਡਾ ਕੰਮ ਸੀ। ਤੇ ਅਕਾਲੀ ਦਲ ਸਾਡੇ ਨਾਲ ਸੀ, ਕਾਨੂੰਨ ਬਣਾ ਕੇ ਜਦੋਂ ਆਏ ਐਕਟ ਆਏ ਤਾਂ ਇਹਨਾਂ ਦਾ ਉਹ ਸਭ ਤੋਂ ਪਹਿਲਾਂ ਆ ਕੇ ਜਿਹੜੀ ਮਹਿਮਾ ਮੰਡਲ ਸੀ ਉਹੀ ਕਰਦੇ ਸੀ, ਬਾਦਲ ਸਾਹਿਬ ਕਰਦੇ ਸੀ, ਸੁਖਬੀਰ ਬਾਦਲ ਕਰਦੇ ਸੀ, ਬੀਬਾ ਹਰਸਿਮਰਤ ਕਰਦੀ ਸੀ। ਅਸੀਂ ਤਾਂ ਉਦੋਂ ਬੋਲਦੇ ਕੁਛ ਨਹੀਂ ਸੀ। ਜਦੋਂ ਉਹ ਛੱਡ ਕੇ ਭੱਜ ਗਏ, ਧੋਖਾ ਦੇ ਗਏ, ਉਸ ਵੇਲੇ ਕੀ ਕਰਨਾ ਪਿਆ, ਉਹਨਾਂ ਨੇ ਗਠਬੰਧਨ ਧਰਮ ਦਾ ਵੀ ਪਾਲਣ ਨਹੀਂ ਕੀਤਾ, ਤੇ ਹੁਣ ਉਹਨਾਂ ਦੀ ਪਾਰਟੀ ਆਪਣੇ ਆਪ ਹੀ ਟੁੱਟਦੀ ਜਾ ਰਹੀ ਹੈ। ਤੁਹਾਨੂੰ ਲੱਗਦਾ ਕਦੇ ਗੱਠਜੋੜ ਹੋ ਸਕਦਾ ਉਹਨਾਂ ਨਾਲ ਦੁਆਰਾ, ਸੁਖਬੀਰ ਸਿੰਘ ਬਾਦਲ ਹੋਣਾ ਨਾਲ ਅਕਾਲੀ ਦਲ ਦੇ ਨਾਲ? ਮੈਨੂੰ ਤਾਂ ਨਹੀਂ ਲੱਗਦਾ। ਮੈਂ ਪ੍ਰਾਰਥਨਾ ਵੀ ਇਹੀ ਕਰੂੰਗਾ ਕਿ ਕਦੇ ਵੀ ਨਾ ਹੋਵੇ। ਐਸੇ ਪਰਿਵਾਰਾਂ ਦਾ ਪਾਲਣ ਪੋਸ਼ਣ ਜਿਹੜੀ ਪਾਰਟੀ ਕਰੇ ਸੱਤਾ 'ਚ, ਲੋਕਤੰਤਰ 'ਚ ਆ ਕੇ, ਤੇ ਇੱਕੋ ਪਰਿਵਾਰ ਦਾ ਰਾਜ ਆ। ਤੇ ਇਸ ਕਰਕੇ ਅਕਾਲੀ ਦਲ ਹੁਣ ਉਹ ਅਕਾਲੀ ਦਲ ਨਹੀਂ ਹੈ। ਤੇ ਮੇਰੇ ਜਨਮ 'ਚ ਤਾਂ ਇਹ ਗਠਬੰਧਨ ਨਾ ਹੋਵੇ ਤਾਂ ਚੰਗਾ ਹੈਗਾ, ਕਿਉਂਕਿ ਬੀਜੇਪੀ ਨੂੰ ਛੱਡ ਨਹੀਂ ਸਕਦੇ ਤੇ ਅਕਾਲੀ ਦਲ ਦਾ ਪਾਪ ਢਾਉਣਾ ਨਹੀਂ ਚਾਹੁੰਦੇ। ਇਸ ਕਰਕੇ ਉਹ ਸਾਡੇ ਵਾਸਤੇ ਇਹੋ ਜਿਹਾ ਕੋਈ ਮੰਨ ਲਓ ਜੋੜ ਤੋੜ ਵਾਸਤੇ ਬਣ ਜਾਂਦਾ, ਮੰਨ ਲਓ ਕੁਝ ਇੱਕ ਸੀਟਾਂ ਅਕਾਲੀ ਦਲ ਨੂੰ ਆ ਜਾਂਦੀਆਂ, ਕੁਝ ਇੱਕ ਬੀਜੇਪੀ ਨੂੰ ਆ ਜਾਂਦੀਆਂ, ਸਰਕਾਰ ਬਣਾਉਣ ਵਾਸਤੇ ਹੋ ਸਕਦਾ? ਅਗਰ ਮੇਰੀ ਚਾਚੀ ਕੇ ਮੁੱਛੇ ਤੇ ਚਾਚਾ ਕਹਤਾ, ਇਹ ਤਾਂ ਸਿੱਧੂ ਕਹਿੰਦਾ ਹੁੰਦਾ ਨਾ ਹਮੇਸ਼ਾ, ਗੱਲ ਇਹ ਸਹੀ ਹੈ। ਕਿਉਂਕਿ ਬਈ ਜਦੋਂ ਕੋਈ ਉਹੀ ਜਿਹੀ ਸਥਿਤੀ ਆਊਗੀ ਉਸ ਵੇਲੇ ਦੇਖਾਂਗੇ ਕੀ ਕਰਨਾ। ਅੱਜ ਉਹੀ ਜਿਹੀ ਕੋਈ ਸਥਿਤੀ ਨਹੀਂ, ਅਕਾਲੀ ਦਲ ਨਾਲ ਕਦੇ ਵੀ ਜਾਣ ਦਾ ਇਰਾਦਾ ਨਹੀਂ ਹੈ। ਜਿਹੜਾ ਸਾਹਿਬ ਤੁਹਾਡਾ ਕੀ ਕਹਿਣਾ ਇਸ ਮਸਲੇ ਤੇ, ਗੱਠਜੋੜ ਨੂੰ ਲੈ ਕੇ? ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਹੋਊਗਾ ਜਾਂ ਨਹੀਂ ਹੋਊਗਾ? ਇੱਕ ਗੱਲ ਕਹਿੰਦਾ ਕਿ ਰਾਜਨੀਤੀ ਦੇ ਵਿੱਚ ਸਥਾਈ ਤੌਰ ਤੇ ਨਾ ਤਾਂ ਕੋਈ ਕਿਸੇ ਦਾ ਦੁਸ਼ਮਣ ਹੈ, ਨਾ ਕੋਈ ਸੱਜਣ ਹੈ। ਪਤਾ ਲੱਗਦਾ ਕੌਣ ਕਿਸ ਵੇਲੇ ਕਿਹੜੇ ਮੋੜ ਤੇ ਕੌਣ ਚੜ ਜੇ ਤੇ ਕੌਣ ਉਤਰ ਜੇ, ਇਹਦਾ ਵਕਤ ਹੀ ਦੱਸਦਾ ਹੈ।
ਅਜੇ ਕੁਝ ਇੱਕ ਲੀਡਰ ਸੀਗੇ, ਮੰਨ ਲਓ ਭਾਵੇਂ ਮਨੋਰੰਜਨ ਕਾਲੀਆ ਦਾ ਜ਼ਿਕਰ ਆਉਂਦਾ, ਉਹ ਵੀ ਬਹੁਤ ਤਿੱਖਾ ਬੋਲਦੇ ਰਹੇ, ਕਹਿੰਦੇ ਕਿ ਐ ਨਹੀਂ ਹੋਣਾ ਚਾਹੀਦਾ ਸੀਗਾ, ਕਹਿੰਦੇ ਕਿ ਗੱਠਜੋੜ ਪਹਿਲਾਂ ਜਾਂ ਤਾਂ ਕਰਦੇ ਨਾ, ਲੰਬਾ ਸਮਾਂ ਕਹਿੰਦੇ ਨਿਭ ਗਈ ਸਾਡੀ, ਪਰ ਹੁਣ ਇਸ ਸਮੇਂ ਸਾਨੂੰ ਇਕੱਲਿਆਂ ਛੱਡ ਕੇ ਨਹੀਂ ਜਾਣਾ ਚਾਹੀਦਾ ਸੀ। ਹੁਣ ਲੀਡਰ ਤੁਹਾਡੇ ਕਹਿੰਦੇ ਕਿ ਗੱਠਜੋੜ ਹੋਣਾ ਨਹੀਂ ਚਾਹੀਦਾ, ਉਹਨਾਂ ਦੇ ਵਿੱਚ ਤੁਸੀਂ ਵੀ ਕਹਿ ਰਹੇ ਹੋ ਕਿ ਨਾ ਹੋਵੇ ਤਾਂ ਬਿਹਤਰ ਹੈ। ਅਸੀਂ ਕੋਈ ਗੱਠਜੋੜ ਨਹੀਂ ਕਰਨਾ ਚਾਹੁੰਦੇ। ਅਸੀਂ 117 ਦੇ 117 ਸੀਟਾਂ ਦੀ ਤਿਆਰੀ ਕਰ ਰਹੇ ਹਾਂ। ਬਾਕੀ ਕੇਂਦਰ ਨੇ ਦੇਖਣਾ ਹੈਗਾ, ਜਦੋਂ ਗੱਲਬਾਤ ਕੋਈ ਸਾਹਮਣੇ ਆਊਗੀ ਉਸ ਵੇਲੇ ਕਰਾਂਗੇ। ਅਕਾਲੀ ਦਲ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੋਣਾ। ਉਹ ਆਪਦੀਆਂ ਸੀਟਾਂ ਉਹਨਾਂ ਨੇ ਅਨਾਉਂਸ ਕਰਤੀਆਂ, ਅਸੀਂ ਆਪਣੀਆਂ ਕਰ ਰਹੇ ਹਾਂ। ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਪੰਜਾਬ ਦੇ ਸਿਆਸਤਦਾਨ ਨੇ ਉਹ ਕਹਿੰਦੇ ਕਿ ਬੀਜੇਪੀ ਨੂੰ ਲੱਭਣੇ ਪੈਣੇ ਆ, ਬਹੁਤ ਫੜ ਕੇ ਲੋਕ ਲਿਆਉਣੇ ਪੈਣੇ ਟਿਕਟਾਂ ਦੇਣ ਵਾਸਤੇ, ਟਿਕਟਾਂ ਨਹੀਂ ਮਤਲਬ ਕੈਂਡੀਡੇਟ ਨਹੀਂ ਮਿਲਣੇ। 117 ਕੈਂਡੀਡੇਟਾਂ ਦੀ ਹੁਣੇ ਲਿਸਟ ਦੇ ਦਿਆਂ ਤੁਹਾਨੂੰ। 117 ਇੰਚਾਰਜ ਵੀ ਨੇ। ਮੈਂ ਤਾਂ ਕਹਿੰਦਾ ਅੱਜ ਪ੍ਰੋ ਪੰਜਾਬ ਤੇ ਚਲਾ ਦਈਏ। ਸਾਡੇ ਪਾਰਟੀ ਸਾਡੀ ਇਦਾਂ ਦੀ ਨਾ ਹੈ ਵੀ ਸੁਖਬੀਰ ਬਾਦਲ ਹੀ ਪ੍ਰਧਾਨ ਆ ਤੇ ਉਹੀ ਸਾਰਾ ਮਾਲਿਕ ਆ ਉਹਦਾ। ਇਹ ਕਿਸੇ ਦੀ ਓਨਰਸ਼ਿਪ ਨਹੀਂ ਹੈ ਇੱਥੇ ਤਾਂ ਸੈਂਟਰਲ ਪਾਰਲੀਮੈਂਟਰੀ ਬੋਰਡ ਤੋਂ ਬਿਨਾਂ ਕੋਈ ਕੁਝ ਨਹੀਂ ਕਰ ਸਕਦਾ। ਪਹਿਲਾਂ ਸਟੇਟ ਤੋਂ ਆਊ, ਫਿਰ ਸੈਂਟਰਲ ਪਾਰਲੀਮੈਂਟਰੀ ਬੋਰਡ ਕਰੂਗਾ, ਫਿਰ ਹੁੰਦਾ ਹੈਗਾ। ਜਾਂ ਤਾਂ ਸੁਖਬੀਰ ਬਾਦਲ ਦੀ ਪਾਰਟੀ 'ਚ ਉਹਨੂੰ ਕਹਿ ਦਿਓ, ਉਹ 1 ਮਿੰਟ 'ਚ ਕਰ ਦੂਗਾ। ਜਿਹਨੂੰ ਹਟਾਉਣਾ ਹਟਾ ਵੀ ਦਊਗਾ, ਜਿਹਨੂੰ ਲਾਉਣਾ ਲਾ ਵੀ ਦਊਗਾ। ਉਹਦੇ ਨਾਲ ਤਾਂ ਇਹ ਬਾਦਲਾਂ ਦੀ ਪਾਰਟੀ ਜਾਣ ਨਾਲੋਂ ਲੋਕ ਕਹਿੰਦੇ ਹੁੰਦੇ ਆ ਕਿ ਜੱਟ ਨਾਲ ਸੀਰੀ ਰਲ ਜੋ ਚੰਗਾ। ਠੀਕ ਹੈ ਗੱਲ। ਤੇ ਉਹ ਬਹੁਤ ਮਾੜਾ ਹਾਲ ਆ ਉਹਨਾਂ ਦੇ ਐਮਐਲਏ ਦਾ, ਇਸ ਲਈ ਉਹਦੇ 'ਚ ਨਹੀਂ ਜਾਣਾ। ਤੁਹਾਡੇ ਬੰਦੇ ਜਿਹੜੇ ਸੀਗੇ ਉਹ ਬੀਜੇਪੀ ਅਕਾਲੀ ਦਲ ਚਲੇ ਗਏ, ਅਕਾਲੀ ਦਲ ਵਾਲੇ ਹੁਣ ਬੀਜੇਪੀ 'ਚ ਆ ਰਹੇ ਆ, ਭਾਵੇਂ ਤੁਹਾਡੇ ਜੋਸ਼ੀ ਸਾਹਿਬ ਸੀਗੇ ਅੰਮ੍ਰਿਤਸਰ ਵਾਲੇ, ਕਹਿੰਦੇ ਉਹ ਵੀ ਚਲੇ ਗਏ। ਮੈਂ ਉਹਨਾਂ ਬਾਰੇ ਕੋਈ ਕਮੈਂਟਸ ਨਹੀਂ ਕਰਨਾ ਚਾਹੁੰਦਾ। ਉਹ ਕਾਹਦੇ ਲੀਡਰ ਸੀ ਸਾਡੇ, ਯਾਰ ਛੱਡਿਆ ਕਰੋ। ਕਦੇ ਵਾਪਸੀ ਕਰ ਸਕਦੇ ਹੋ? ਨਾ, ਅਸੀਂ ਲੈਣਾ ਵੀ ਨਹੀਂ, ਵਾਪਸੀ ਨਹੀਂ, ਅਸੀਂ ਲੈਣਾ ਵੀ ਨਹੀਂ। ਦਿੱਲੀ ਦੀ ਸੈਂਟਰਲ ਜਿਹੜੀ ਤੁਹਾਡੀ ਲੀਡਰਸ਼ਿਪ ਹੈ ਉਹਦੇ ਨਾਲ ਅਪਰੋਚ ਹੁੰਦੀ ਹੈ ਜਾਂ ਇਹ ਸੰਪਰਕ ਕਰਦੇ ਫਿਰ? ਭਾਈ ਤੁਸੀਂ ਸਾਡੇ ਇਸ ਤਰ੍ਹਾਂ ਵਿਵਸਥਾ ਹੈ ਕਿ ਉਹਦੇ ਤੋਂ ਉਸ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਸਾਡੀ ਅਨੁਸ਼ਾਸਨ ਵਾਲਾ ਸੰਗਠਨ ਹੈ ਇਹ ਗੱਲ ਕਰਕੇ ਜੇ ਉੱਪਰ ਵਾਲਿਆਂ ਨੇ ਕਿਹਾ ਹੋਊਗਾ ਤਾਂ ਹੀ ਤਾਂ ਉਹਨੂੰ ਕੱਢਿਆ। ਐਕਸ ਮਿਨਿਸਟਰ ਸੀ ਉਹ, ਐਵੇਂ ਥੋੜਾ ਕੱਢਤਾ। ਤੇ ਹੁਣ ਉਹਨੂੰ ਦੁਬਾਰਾ ਲੈਣਾ ਹੁੰਦਾ ਤਾਂ ਕਿਉਂ ਕਢਵਾਉਂਦੇ? ਸਾਡੇ ਨਹੀਂ ਦੁਬਾਰਾ ਉਹਦੀ ਸ਼ਕਲ ਦੇਖਦੇ ਜਿਹੜਾ ਚਲਿਆ ਜਾਵੇ। ਇਹ ਤਾਂ ਪਰ ਇਹੋ ਜਿਹੇ ਲੋਕਾਂ ਨੂੰ ਸਾਰਿਆਂ ਨੂੰ ਆਉਣਾ ਪੈਂਦਾ, ਉਹਨਾਂ ਦਾ ਆਪਦਾ ਕੋਈ ਆਧਾਰ ਨਹੀਂ ਹੋਇਆ ਕਰਦਾ। ਲੜ ਰਹੇ ਹੋ ਇਲੈਕਸ਼ਨ? ਮੇਰੀ ਪਾਰਟੀ ਨੇ ਮੇਰਾ ਰੋਲ ਤੈਅ ਕਰਨਾ, ਮੇਰੇ ਸੰਗਠਨ ਨੇ ਕਰਨਾ ਕਿ ਮੈਂ ਕੀ ਕਰਨਾ। ਬਾਕੀ ਤਾਂ ਮੈਂ ਤਿਆਰੀ ਰਾਜਪੁਰੇ ਤੋਂ ਕਰ ਹੀ ਰਿਹਾ। ਜਾਨੀ ਸਾਹਿਬ ਤੁਸੀਂ ਫਿਰ ਲੜ ਰਹੇ ਹੋ ਇਲੈਕਸ਼ਨ, ਐਤਕੀ ਆ ਰਹੇ ਹੋ ਮੈਦਾਨ 'ਚ? ਸਾਡੇ ਪਾਰਟੀ ਦੇ ਫੈਸਲੇ ਹੁੰਦੇ ਆ, ਜੋ ਪਾਰਟੀ ਕਹੇਗੀ ਤਾਂ ਲੜ ਲਾਂਗੇ, ਪਾਰਟੀ ਕਹੇ ਨਹੀਂ ਲੜਾ ਲਾਂਗੇ। ਨਹੀਂ ਤਾਂ ਫਿਰ ਲੜਾਓਗੇ। ਜੋ ਪਾर्टी किंग मेकर ਦਾ ਰੋਲ ਅਦਾ ਕਰਨਾ। सुनो मेरी गल सुनो, साडी पार्टी अनुशासन पार्टी जो आदेश करती है सारे वर्कर ਉਹਨੂੰ ਮੰਨਦੇ ਆ। ਉਹ ਕਾਂਗਰਸ ਵਾਂਗੂ ਥੋੜਾ ਹੀ ਹੈ, ਉਹਨਾਂ ਦੇ ਇੱਕ ਜੇ ਇੱਧਰ ਹੋ ਜੇ ਤਾਂ ਫਿਰ ਸਾਰੀ ਪਰੀ ਕਾਂ ਹੁੰਦੀ ਆ। ਸਾਡੇ ਉਹ ਨਹੀਂ ਹੁੰਦੀ, ਸਾਡੇ ਸੂਲ ਹੈਗੇ। ਗਰੇਵਾਲ ਸਾਹਿਬ ਵਿਜ਼ਨ ਕੀ ਹੈ ਬੀਜੇਪੀ ਦਾ? ਜੇ ਮੈਂ 2 ਮਿੰਟ ਦਾ ਸਮਾਂ ਹੋਰ ਲੈਣਾ, ਵਿਜ਼ਨ ਕੀ ਹੈ ਬੀਜੇਪੀ ਦਾ ਪੰਜਾਬ ਨੂੰ ਲੈ ਕੇ? ਕਿਉਂਕਿ ਲਗਾਤਾਰ ਬੀਜੇਪੀ ਇਸ ਚੀਜ਼ ਨੂੰ ਖਾਸ ਤੌਰ ਤੇ ਕਹਿੰਦੀ ਰਹੀ ਹੈ, ਸੈਂਟਰ ਦੀ ਲੀਡਰਸ਼ਿਪ ਜਿਹੜੀ ਹੈ ਉਹ ਕਹਿੰਦੀ ਕਿ ਪਾਕਿਸਤਾਨ ਦੇ ਨਾਲ ਪਾਕਿਸਤਾਨ ਦੁਸ਼ਮਣ ਆ ਸਾਡਾ, ਕਦੇ ਵੀ ਹੱਥ ਨਹੀਂ ਜੋੜਨਗੇ। ਪਰ ਪੰਜਾਬ ਦੇ ਜੋ ਕਾਂਗਰਸੀ ਆਗੂ ਨੇ ਜਾਂ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਸਿਆਸਤਦਾਨ ਉਹ ਕਹਿੰਦੇ ਕਿ ਲਾਂਘਾ ਖੁੱਲ ਗਿਆ, ਕਹਿੰਦੇ ਕਿ ਰਾਹ ਵੀ ਖੁੱਲ ਜਾਣੇ ਚਾਹੀਦੇ। ਕਦੇ ਹੋ ਸਕਦਾ ਪੋਸੀਬਲ ਇਸ ਤਰ੍ਹਾਂ ਕਿ ਵਪਾਰ ਲਈ ਰਾਹ ਖੁੱਲ ਜੇ ਪਾਕਿਸਤਾਨ ਦੇ ਨਾਲ, ਜਾਂ ਹੋਰ ਵਿਜ਼ਨ ਕੀ ਹੈ? ਦੇਖੋ, ਇਸ ਤਰ੍ਹਾਂ ਅਸੀਂ ਵਿਜ਼ਨ ਦੇਤਾ ਨਵਾਂ ਪੰਜਾਬ ਭਾਜਪਾ ਦੇ ਨਾਲ। ਉਹ ਕਿਹੜਾ ਪੰਜਾਬ? ਉਹ ਪੰਜਾਬ ਜਿਹੜਾ 'ਚ ਨਸ਼ਾ ਮੁਕਤ ਪੰਜਾਬ ਹੋਵੇ। ਡਰੱਗਸ ਤੋਂ ਅਗਰ ਮੁਕਤੀ ਚਾਹੁੰਦੇ ਹੋ ਤੇ ਇਹ 75-25 ਦਾ ਹਿੱਸਾ ਚੱਲਦਾ। ਜਿਹੜਾ ਸੱਤਾ 'ਚ ਆ ਜਾਂਦਾ ਉਹ 75, ਜਿਹੜਾ ਦੂਜੇ ਪਾਸੇ ਆਪੋਜੀਸ਼ਨ ਚਲੇ ਗਿਆ 25 ਪੈਸੇ। ਸਾਡੇ ਬੀਜੇਪੀ 'ਚ ਇਦਾਂ ਦਾ ਕੰਮ ਨਹੀਂ ਚੱਲ ਸਕਦਾ। ਜੇ ਨਸ਼ਾ ਖਤਮ ਕਰਨਾ ਚਾਹੁੰਦੇ ਹੋ, ਡਰੱਗ ਮਾਫੀਆ ਦਾ ਨੈਕਸਸ ਤੋੜਨਾ ਚਾਹੁੰਦੇ ਹੋ ਤਾਂ ਬੀਜੇਪੀ ਜ਼ਰੂਰੀ ਹੈ। ਜੇ ਤੁਸੀਂ ਮਾਈਨਿੰਗ ਮਾਫੀਆ ਦਾ ਲੱਕ ਤੋੜਨਾ ਚਾਹੁੰਦੇ ਹੋ ਤਾਂ ਬੀਜੇਪੀ ਜ਼ਰੂਰੀ ਹੈ। ਜੇ ਤੁਸੀਂ ਆ ਸੱਟਾ ਵਗੈਰਾ ਜਿਹੜੇ ਚੱਲਦੇ ਆ ਪੰਜਾਬ 'ਚ ਅਰਬਾਂ ਰੁਪਏ ਦੇ, ਉਹ ਤੋੜਨਾ ਚਾਹੁੰਦੇ ਹੋ ਤਾਂ ਬੀਜੇਪੀ ਜ਼ਰੂਰੀ ਹੈ। ਤੇ ਜੇ ਤੁਸੀਂ ਕੇਬਲ ਮਾਫੀਆ, ਹੁਣ ਤੁਸੀਂ ਦੇਖੋ ਕੇਬਲ 450 ਤੋਂ 500 ਰੁਪਏ ਲੈਂਦੇ ਆ, ਜਦੋਂ ਕਿ ਆਪ ਹੀ ਚੰਨੀ ਵੀ ਕਹਿ ਰਿਹਾ ਕਿ ਮੈਂ ਤਾਂ 100 ਰੁਪਏ ਦਊਂਗਾ, ਪਰ ਟਰਾਈ ਕਹਿੰਦੀ 130 ਰੁਪਏ ਤੇ 150 ਰੁਪਏ ਵੀ ਦੇ ਦਿਓ ਤੁਸੀਂ। ਤਾਂ ਕਿੰਨੀ ਲੁੱਟ ਹੋਈ? ਉਹਦੇ 'ਚ ਹਜ਼ਾਰਾਂ ਕਰੋੜ ਦੀ ਲੁੱਟ ਹੋ ਗਈ। ਤੇ ਇਹ ਕਿਹਨੇ ਕੀਤੀ ਹੈ? ਇਹ ਸਾਰੀ ਜਿਹੜੀ ਰੂਲਿੰਗ ਪਾਰਟੀ ਸੀ ਉਹ ਹਿੱਸਾ ਸੀ ਉਹਨਾਂ ਦਾ। ਪਹਿਲਾਂ ਵੀ ਉਹੀ ਕਰਦੇ ਸੀ। ਅਕਾਲੀਆਂ ਵੇਲੇ ਉਹ ਪੂਰਾ ਦਾ ਪੂਰਾ 75 ਪੈਸੇ ਲੈ ਜਾਂਦੇ ਸੀ, 25 ਦੂਜੇ ਨੂੰ ਦਿੰਦੇ ਸੀ ਕਾਂਗਰਸ ਨੂੰ। ਭਾਈਵਾਲ ਸੀਗੇ ਤੁਹਾਡੇ ਅਕਾਲੀ ਵੀ? ਸਾਡੇ ਤਾਂ ਭਾਈਵਾਲ ਸੀਗੇ, ਸਾਨੂੰ ਤਾਂ ਪਾਪ ਲੱਗਿਆ ਉਹਦਾ। ਅਸੀਂ ਨਹੀਂ ਪਾਇਆ ਤੁਸੀਂ ਉਦੋਂ ਵੀ ਐ ਨਹੀਂ ਹੋਣਾ ਚਾਹੀਦਾ? ਨਹੀਂ, ਰੌਲਾ ਕੌਣ ਸੁਣਦਾ ਸੀਗਾ? ਸਾਡੇ ਬੰਦਿਆਂ ਦੀ ਕੋਈ ਸੁਣਦੇ ਸੀ? ਸਾਡੇ ਜਿਹੜੇ ਮਿਨਿਸਟਰ ਬਣਦੇ ਸੀ ਉਹਨਾਂ ਦੇ ਸੈਕਟਰੀ ਉਹ ਦੂਜੇ ਲਾ ਦਿੰਦੇ ਸੀ, ਉਹ ਸੈਕਟਰੀ ਨਹੀਂ ਸੀ ਸੁਣਦੇ। ਤੇ ਇਸ ਕਰਕੇ ਸਾਡਾ ਰਾਜ ਨਹੀਂ ਸੀ, ਉਹ ਤਾਂ ਬਾਦਲਾਂ ਦਾ ਰਾਜ ਸੀ। ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸੀ। ਤੇ ਅਸੀਂ ਜੇ ਉਹਨਾਂ ਪਰਿਵਾਰਕ ਰਾਜਾਂ ਤੋਂ ਜੇ ਕਾਂਗਰਸ ਆਉਂਦੀ ਤਾਂ 27 ਪਰਿਵਾਰ ਆ ਜਿਹੜੇ ਰਾਜ ਕਰਦੇ ਆ। ਐਮਐਲਏ ਚਾਹੇ ਉਹਨਾਂ ਦੇ 90 ਬਣਾ ਦਿਓ ਤੇ ਉਹ 27 ਚੋਂ ਹੀ ਮੁੱਖ ਮਿਨਿਸਟਰ, 27 ਚੋਂ ਹੀ ਮਿਨਿਸਟਰ। ਤੇ ਜੇ ਪਰਿਵਾਰਾਂ ਤੋਂ ਮੁਕਤੀ ਪਾਉਣੀ ਆ, ਆਮ ਲੋਕਾਂ ਦਾ ਰਾਜ ਚਾਹੀਦਾ ਤਾਂ ਬੀਜੇਪੀ ਦੀ ਜ਼ਰੂਰਤ ਆ। ਔਰ ਗੁਰੂ ਦੀਆਂ ਬੇਅਦਬੀਆਂ ਦਾ ਕਹਿੰਦੇ ਇਨਸਾਫ।
ਅਸੀਂ ਕਰਕੇ ਦਿਖਾਇਆ। 84 ਦੀ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਕਿੰਨੇ ਸਾਲਾਂ ਬਾਅਦ ਜੇਲ੍ਹ ਭੇਜਿਆ ਕਿ ਕਿਸੇ ਪਾਰਟੀ ਨੇ ਨਹੀਂ ਕੀਤਾ। ਮੈਂ ਕਿਹਾ ਨਾ, ਸਿੱਖ ਪ੍ਰਧਾਨ ਮੰਤਰੀ ਰਿਹਾ, ਸਿੱਖ ਰਾਸ਼ਟਰਪਤੀ ਰਿਹਾ, ਕਿਸੇ ਨੇ ਕੋਈ ਨਹੀਂ ਕਰ ਪਾਇਆ, ਕਿਸੇ ਨੇ ਗੱਲ ਵੀ ਨਹੀਂ ਕੀਤੀ। ਮੋਦੀ ਜੀ ਨੇ ਆ ਕਰਕੇ ਦਿਖਾਇਆ। ਔਰ ਤੁਹਾਨੂੰ ਕਹਿੰਦੇ ਆ ਕਿ ਪੰਜਾਬ 'ਚ ਵੀ ਆਉਂਦੇ ਜਿਹੜੇ ਅਸਲ ਦੋਸ਼ੀ ਨੇ ਗੁਰੂ ਦੀਆਂ ਬੇਅਦਬੀਆਂ ਦੇ, ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ। ਜੇ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਇਹ ਸਾਰੇ ਮਾਫੀਆ ਰਾਜ ਖਤਮ ਹੋਵੇ, ਪਰਿਵਾਰਾਂ ਦਾ ਪਾਲਣ ਪੋਸ਼ਣ ਬੰਦ ਹੋਵੇ, ਕਰਪਸ਼ਨ ਖਤਮ ਹੋਵੇ, ਲੈਂਡ ਮਾਫੀਆ, ਸੈਂਡ ਮਾਫੀਆ ਸਭ ਬੰਦ ਹੋਵੇ, ਤਾਂ ਬੀਜੇਪੀ ਦੀ ਜ਼ਰੂਰਤ ਹੈ। ਔਰ ਗੁਰੂ ਦੀਆਂ ਬੇਅਦਬੀਆਂ ਦਾ ਇਨਸਾਫ ਲੈਣਾ ਹੋਵੇ ਤਾਂ ਬੀਜੇਪੀ ਦੀ ਜ਼ਰੂਰਤ ਹੈ। ਇਹ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ। ਆਉਣ ਵਾਲੇ 2-2.5 ਮਹੀਨਿਆਂ 'ਚ ਸਾਹਮਣੇ ਆ ਜਾਣਾ ਸਾਰਾ ਕੁਝ। ਅਸੀਂ ਆਪਣੀ ਗੱਲ ਰੱਖਾਂਗੇ ਜਾ ਕੇ, ਤੇ ਲੋਕਾਂ ਦਾ ਫੈਸਲਾ ਜੋ ਵੀ ਮਨਜ਼ੂਰ ਹੋਏਗਾ। ਡੈਮੋਕ੍ਰੇਸੀ ਹੈ ਇਹ, ਸਰਕਾਰਾਂ ਬਣਦੀਆਂ ਵਿਗੜਦੀਆਂ ਰਹਿੰਦੀਆਂ ਨੇ, ਉਹ ਗੱਲ ਨਹੀਂ ਹੈ। ਪਰ ਮੈਨੂੰ ਲੱਗਦਾ ਕਿ ਅਸੀਂ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਰਾਜਨੀਤਿਕ ਧਿਰ ਬਣ ਕੇ ਉੱਭਰਾਂਗੇ ਬੀਜੇਪੀ। ਸੀਟਾਂ ਕਿੰਨੀਆਂ ਆਉਂਦੀਆਂ ਨੇ, ਮੈਂ ਤਾਂ ਜੋਤਸ਼ੀ ਹੈ ਨਹੀਂ। ਸੁਖਬੀਰ ਬਾਦਲ ਨੂੰ ਜੋਤਿਸ਼ ਦਾ ਗਿਆਨ ਆ, ਉਹ ਬੋਲਦਾ ਹੁੰਦਾ ਕਿ ਇੰਨੀਆਂ ਆਉਣਗੀਆਂ। ਉਹਦੇ ਕੋਲੋਂ, ਉਹ ਤੁਸੀਂ ਉਹਦੇ ਕੋਲੋਂ ਪੁੱਛ ਲੈਣਾ, ਠੀਕ ਹੈ ਨਾ ਗੱਲ। ਤੇ ਅਸੀਂ ਵੱਡੀ ਰਾਜਨੀਤਿਕ ਧਿਰ ਹੋਵਾਂਗੇ। ਧੰਨਵਾਦ। ਅਖੀਰਲਾ ਸਵਾਲ ਆ ਜਾਨੀ ਸਾਹਿਬ, ਕਿੱਥੇ ਕਿ ਜੇ ਖੜਾ ਦੇਖਦੇ ਹੋ ਆਪਣੇ ਆਪ ਨੂੰ? ਗਰੇਵਾਲ ਸਾਹਿਬ ਤਾਂ ਕਹਿੰਦੇ ਮੈਂ ਜੋਤਸ਼ੀ ਨਹੀਂ ਹੈ, ਪਰ ਕਾਨੂੰਨ ਰੱਦ ਹੋਣ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਬਹੁਤ ਸੌਖਾ ਹੋ ਜਾਊਗਾ, ਜਾਂ ਖੁਸ਼ੀ ਤਾਂ ਹੋਈ ਹੋਣੀ ਹੈ ਵੀ ਚਲੋ ਇਹ ਕੰਮ ਚੰਗਾ ਹੋ ਗਿਆ, ਇਸ ਨੂੰ ਲੈ ਕੇ ਤਾਂ ਵਿਰੋਧ ਨਹੀਂ ਹੋਊਗਾ? ਦੇਖੋ, ਗੱਲ ਹੈ ਕਿ ਮੋਦੀ ਸਾਹਿਬ ਨੇ ਕਾਨੂੰਨ ਅੱਛੇ ਸੀ। ਉਹਨਾਂ ਮੋਦੀ ਸਾਹਿਬ ਨੇ ਜਿਹੜੀ ਸਪੀਚ, ਸੰਬੋਧਨ ਜਿਹੜਾ ਕੀਤਾ ਸੀ, ਅਗਰ ਉਹ ਕਿਸੇ ਨੇ ਸੁਣਿਆ ਤੇ ਬਾਕੀ ਕੁਝ ਕਹਿਣ ਨੂੰ ਨਹੀਂ ਰਹਿੰਦਾ। ਉਹਨਾਂ ਨੇ ਕਾਨੂੰਨ, ਵਾਕਈ ਕਾਨੂੰਨ ਤਾਂ ਮੈਂ ਦੱਸਦਾ ਕਿਸਾਨਾਂ ਵਾਸਤੇ ਸੀਗੇ। ਇਹ ਤਾਂ ਇੱਕ ਰਾਜਨੀਤੀ ਸੀ ਔਰ ਇੱਕ ਮੁੱਛ ਦਾ ਸਵਾਲ ਸੀਗਾ। ਕਿਸਾਨ ਯੂਨੀਅਨ ਦੇ ਮੁੱਛ ਦਾ ਸਵਾਲ ਸੀ, ਉਹਨਾਂ ਦੀ ਮੁੱਛ ਤਾਂ ਖੜੀ ਹੋ ਗਈ, ਕਿਸਾਨ ਬਰਬਾਦ ਹੋ ਗਿਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਕਿਸਾਨ ਬਿਲਕੁਲ ਬਰਬਾਦ ਕਰਤਾ ਇਹਨਾਂ ਨੇ। ਜਿਹੜੇ ਇਹ ਚੀਜ਼ ਲੈ ਕੇ ਚੱਲੇ ਨੇ, ਉਹਦੇ ਨਾਲ ਕਿਸਾਨਾਂ ਨੂੰ ਕਿਹੜਾ ਭਲਾ। ਮੈਂ ਤੁਹਾਡੇ ਰਾਏ ਇੱਕ ਰਾਜੇਵਾਲ ਨੂੰ, ਦਰਸ਼ਨਪਾਲ ਨੂੰ ਤੇ ਡੱਲੇਵਾਲ ਨੂੰ ਇੱਕ ਚੀਜ਼ ਮੇਰੇ ਪੁੱਛ ਕੇ ਦੱਸੋ ਕਿ ਠੀਕ ਹੈ, ਪੁਰਾਣਾ ਟਰੈਕ ਜਿਹੜਾ ਸੀਗਾ ਅਸੀਂ ਉਹ ਬਦਲਣਾ ਚਾਹੁੰਦੇ ਸੀਗੇ। ਮੋਦੀ ਸਾਹਿਬ ਕੋਈ ਇੱਕਦਮ ਕਾਨੂੰਨ ਲੈ ਕੇ ਨਹੀਂ ਆਇਆ। ਘੱਟੋ ਘੱਟ 25 ਸਾਲ ਤੋਂ ਇਹਦੇ ਤੇ ਕੋਕ ਹੋ ਰਹੀ ਸੀ, ਕ੍ਰਿਸ਼ੀ ਮਾਇਰੇ ਦੇ ਤੇ ਮਤਲਬ ਕੋਕ ਕਰ ਰਹੇ ਸੀ। ਕ੍ਰਿਸ਼ੀ ਨੂੰ ਕਿੱਧਰ ਲੈ ਕੇ ਜਾਣਾ ਚਾਹੀਦਾ ਹੈ? 25 ਸਾਲ ਤੋਂ ਕੋਕ ਹੁੰਦੇ ਕਾਂਗਰਸ ਵੀ ਇਹਨੂੰ ਲੈਣਾ ਚਾਹੁੰਦੇ ਸੀ। ਕਾਂਗਰਸ ਦੇ ਲੱਤਾਂ 'ਚ ਦਮ ਨਹੀਂ ਸੀਗਾ, ਕਦੇ ਵੀ ਕੋਈ ਉਹ ਫੈਸਲਾ ਲੈ ਹੀ ਨਹੀਂ ਸਕੇ। ਮੋਦੀ ਸਾਹਿਬ ਨੇ ਤੁਰੰਤ ਜਿਹੜੇ ਦੇਸ਼ ਦੀ ਸਮੱਸਿਆ ਸੀ ਉਹਦੇ ਵਿੱਚ ਫੈਸਲੇ ਲੈਣੇ ਸ਼ੁਰੂ ਕੀਤੇ ਔਰ ਕਿਸਾਨੀ ਦਾ ਵੀ ਫੈਸਲਾ ਲੈ ਲਿਆ। ਤੇ ਲੈ ਲਿਆ ਜਦੋਂ, ਇਹ ਮੈਂ ਪੁੱਛਣਾ ਚਾਹੁੰਦਾ ਵੀ ਇੱਕ ਆਲਰੇਡੀ ਕਾਨੂੰਨ ਉੱਥੇ ਤਾਂ ਲਾਗੂ ਸੀਗੇ, ਪਰ ਇਹ ਮੁੱਛ ਦਾ ਸਵਾਲ ਬਣ ਕੇ ਖੜੀ ਹੋਈ ਸੀ। ਕਿਸਾਨਾਂ ਦਾ ਨੁਕਸਾਨ ਹੋ ਗਿਆ। ਕਿਸਾਨਾਂ ਵਾਸਤੇ ਕਾਲੇ ਕਾਨੂੰਨ ਨਹੀਂ ਸੀਗੇ, ਕਿਸਾਨਾਂ ਵਾਸਤੇ ਕਾਲਾ ਦਿਨ ਆ ਗਿਆ। ਤੁਹਾਡੇ ਲਈ ਰਾਹ ਪੱਧਰਾ ਹੋ ਗਿਆ, ਹੁਣ ਠੀਕ ਹੋ ਜਾਊਗਾ ਮਾਹੌਲ? ਮੋਦੀ ਸਾਹਿਬ ਨੇ ਦੇਖੋ ਦੇਸ਼ ਦੇ ਹਿੱਤ ਵਿੱਚ ਔਰ ਸੂਬੇ ਦੇ ਹਿੱਤ ਵਿੱਚ ਔਰ ਭਾਈਚਾਰੇ ਦੇ ਹਿੱਤ ਵਿੱਚ ਕਾਨੂੰਨ ਕਹੇ ਵੀ ਚਲੋ ਵਾਪਸ ਕਰ ਲੈਂਦੇ ਆ। ਭਾਈਚਾਰਾ ਰਹਿਣਾ ਚਾਹੀਦਾ ਹੈ ਔਰ ਦੇਸ਼ ਦੇ ਵਿੱਚ ਪਿਆਰ ਰਹਿਣਾ ਚਾਹੀਦਾ ਹੈ। ਬਹੁਤ ਧੰਨਵਾਦ। ਸੋ ਹਰਜੀਤ ਗਰੇਵਾਲ ਤੇ ਸੁਰਜੀਤ ਜਾਣੀ, ਬੀਜੇਪੀ ਦੇ ਕੱਦਾਵਰ ਨੇਤਾ, ਬੀਜੇਪੀ ਦੇ ਦੋ ਵੱਡੇ ਲੀਡਰ ਜਿਹੜੇ ਅਕਸਰ ਖੁੱਲ੍ਹ ਕੇ ਬੋਲਦੇ ਹੁੰਦੇ, ਉਹ ਸਾਡੇ ਨਾਲ ਮੌਜੂਦ ਸਨ। ਕਹਿੰਦੇ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਹਿੱਤ ਦੇ ਵਿੱਚ, ਕਿਸਾਨਾਂ ਲਈ ਇਹ ਫੈਸਲਾ ਲਿਆ ਕਿ ਕਾਨੂੰਨ ਵਾਪਸ ਲੈ ਲਏ, ਕਾਨੂੰਨ ਰੱਦ ਕਰ ਦਿੱਤੇ। ਤੇ ਨਾਲ ਹੀ ਕਹਿ ਰਹੇ ਨੇ ਕਿ ਬੀਜੇਪੀ ਪੰਜਾਬ ਦੇ ਵਿੱਚ ਹੋਰ ਪਾਰਟੀਆਂ ਤੋਂ ਵੱਡੇ ਵੱਡੇ ਚਿਹਰੇ ਲੈ ਕੇ ਆ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ 2022 ਦੇ ਇਲੈਕਸ਼ਨ ਦੇ ਵਿੱਚ ਬੀਜੇਪੀ ਵੱਡੀ ਧਿਰ ਬਣ ਕੇ ਉਭਰੇਗੀ। ਦੇਖਣਾ ਹੋਏਗਾ ਪੰਜਾਬ ਦੀ ਜਨਤਾ ਕਿਹਨੂੰ ਪਿਆਰ ਦਿੰਦੀ ਹੈ। ਕੈਮਰਾ ਪਰਸਨ ਮਨਪ੍ਰੀਤ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਦਿੱਲੀ। ਸਿਰੇ ਦਾ ਨਕੰਮਾ ਬੰਦਾ ਟੱਕਰਿਆ, ਕਿਹੜੀ ਉਮਰੇ ਮੇਰਾ ਬਲੱਡ ਵਧਣ ਲਾਇਆ। ਮੈਨੂੰ ਸਭ ਪਤਾ, ਅੱਜ ਕੁੱਟ ਖਾ ਕੇ ਆਇਆ, ਉਹ ਵੀ ਆਪਣੀ ਪੈਲੀ 'ਚ ਜਿਹੜੀ ਕਣਕ ਖਰਾਬ ਕੀਤੀ ਉਹ ਅੱਡ। ਮੈਂ ਡਾਂਗਾ ਨੂੰ ਨਹੀਂ ਖਾ ਗਿਆ, ਮੈਂ ਬੱਸ ਤੋਂ ਡਿੱਗਿਆ। ਇੰਨੀਆਂ ਗੁੱਜੀਆਂ ਸੱਟਾਂ ਨਾ ਬੱਸ ਤੋਂ ਡਿੱਗਣ ਨਾਲ ਨਹੀਂ ਜਦੋਂ ਲੱਗਦੀਆਂ। ਮੈਂ ਡਿੱਗਿਆ ਉਤੋਂ ਦੀ ਮੇਰਾ ਸਕੂਟਰ ਲੰਘ ਗਿਆ।